ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗुरु, आवाज साफ आ रही है गुरु को? ਹਾਂਜੀ ਵਾਹਿਗੁਰੂ ਜੀ, ਆਵਾਜ਼ ਤੁਹਾਡੀ ਬਿਲਕੁਲ ਕਲੀਅਰ ਆ ਰਹੀ। ਹਾਂਜੀ ਵਾਹਿਗੁਰੂ, ਆਪਾਂ ਸਾਰੇ ਹੀ ਬਹੁਤ ਬਹੁਤ ਬੜਭਾਗੀ हैं ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਹੀਂ ਸਾਡੇ ਮਨ ਦੀ ਕਹਾਣੀ ਕਿ ਅਸੀਂ ਅਕਾਲ ਪੁਰਖ ਪ੍ਰਮਾਤਮਾ ਦੇ ਸਾਥ ਕਿਵੇਂ ਵਿਛੜ ਗਏ ਤੇ ਕਿਵੇਂ ਸਾਡਾ ਮਿਲਾਪ ਹੋ ਸਕਦਾ ਹੈ, ਉਹ ਸਾਰਾ ਗਿਆਨ ਪ੍ਰੈਕਟੀਕਲੀ ਗਿਆਨ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਦ੍ਰਿੜ ਕਰਾ ਰਹੇ हैं। ਗੁਰਮੁਖੋ, ਗੁਰਬਾਣੀ ਗੁਰੂ ਦੇ ਵਿੱਚ ਸਾਡੇ ਮਨ ਦੀ ਖੁਰਾਕ ਦਾ ਇੱਕ ਵਿਸ਼ੇਸ਼ ਜ਼ਿਕਰ ਕਰਾ ਗਿਆ ਹੈ ਕਿ ਜੋ ਆਪਾਂ ਦ੍ਰਿਸ਼ਟਮਾਨ ਭੋਗ ਲਗਾਨੇ हैं, ਸਾਡੀ ਮਿਸਟੇਕ या ਹੋ ਗਈ ਆਪਾਂ ਸਾਰਿਆਂ ਦੀ ਹੀ, ਕਿਉਂਕਿ ਆਪਾਂ ਗੁਰਮਤ ਦਾ ਗਿਆਨ ਨਾ ਦ੍ਰਿੜ ਕਰਕੇ ਮਨਮਤ ਦੇ ਵਿੱਚ ਇਤਨੇ ਜ਼ਿਆਦਾ ਵਿਚਰ ਗਏ ਕਿ ਆਪਣੇ ਆਪ ਨੂੰ ਬੋਡੀ ਮੰਨਦੇ ਹੋਇਆ ਆਪਾਂ ਅੱਜ ਤੱਕ ਵਿਚਰੇ हैं, ਜਿਸ ਕਰਕੇ ਕਿ ਨਾ ਹੀ ਤਾਂ ਸਾਨੇ ਆਪਣੇ ਮਨ ਦੇ ਘਰ ਦਾ ਭੇਦ ਲਿਆ, ਨਾ ਮਨ ਦੀ ਖੁਰਾਕ ਦਾ ਭੇਦ ਲਿਆ। ਮਨ ਹੈ ਕਿ ਇਸ ਚੀਜ਼ ਦਾ ਵੀ ਭੇਦ ਆਪਾਂ ਨਹੀਂ ਲੈ ਪਾਏ। ਉਹ ਸਾਰਾ ਹੀ ਭੇਦ ਆਪਾਂ ਨੂੰ ਗੁਰਬਾਣੀ ਗੁਰੂ ਹੁਣ ਦੇ ਰਹੇ ਹੈ। ਆਪਣੀ ਇੱਕ ਮਿਸਟੇਕ ਹੋਈ ਕਿ ਆਪਾਂ ਆਪਣੇ ਆਪ ਨੂੰ ਬੋਡੀ ਸਰੀਰ ਮੰਨ ਕੇ ਬੈਠ ਗਏ, ਜਿਸ ਕਰਕੇ ਜਿਸ ਟਾਈਮ ਜਿਸ ਪਲ ਸੈਕਿੰਡ ਦੇ ਵਿੱਚ ਸਾਨੇ ਆਪਣੇ ਆਪ ਨੂੰ ਸਰੀਰ ਮੰਨਾ, ਉਸ ਟਾਈਮ ਹੀ ਕਾਲ ਦਾ ਖੇਲ ਸ਼ੁਰੂ ਹੋ ਗਿਆ। ਕਿਉਂਕਿ ਇਸ ਬੋਡੀ ਦਾ ਹੀ ਸਾਰਾ ਕੁਝ ਜਿਤਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ, ਉਹਦੇ ਸਾਥ ਇਸ ਬੋਡੀ ਦਾ ਹੀ ਕਨੈਕਸ਼ਨ ਹੋਇਆ ਹੈ। ਕਿਉਂਕਿ ਇਸ ਬੋਡੀ ਦਾ ਹੀ ਪਰਿਵਾਰ ਹੈ, ਸਾਰਾ ਕੁਝ ਇਸ ਬੋਡੀ ਦਾ ਹੈ ਦ੍ਰਿਸ਼ਟਮਾਨ ਦੇ ਵਿੱਚ, ਜਿਹਨੂੰ ਕਿ ਆਪਾਂ ਸਾਰੇ ਹੀ ਸੱਚ ਕਰਕੇ ਮੰਨੇ ਬੈਠੇ थे। और जो भोग भी भोगते थे, क्योंकि मन का आप सानू ज्ञान नहीं था कि मन की है, कित्थे ते आया है, क्यों आया है, या है कैसा, कित्थे दा वासी है, कौन एदा पिता है, एदा आपदा निज स्वरूप की है, वो सानू सोझी नहीं थी। जो सोझी सानू साहिब श्री गुरु ग्रंथ साहब महाराज जी हुण सुखम दा ज्ञान जो सानू दृढ़ करा रहे हैं, क्योंकि आप दृष्टमान तो सारे ही जुड़े हुए थे अज तक। तो गुरु ग्रंथ साहब महाराज जी दे विच मन की खुराक का जिक्र करा गया है कि मन की जो खुराक है वो की है, वो भी सुखम है। मन आप सुखम है, उदा लिवाज भी सुखम है, उदा घर भी सुखम है, और उदी खुराक भी सुखम है। लेकिन आप सुखम का भेद वाहिगुरु तां ही लै सकते हैं जब आप सुखम इलाके दे विच प्रवेश करेंगे। आप अज तक खेलते रहे दृष्टमान इलाके दे विच, दृष्टमान चीजां नूं ही अपना पहनावा, दृष्टमान चीजां नूं अपनी मन की खुराक, जो शरीर दीयां जरूरतां थीआं उन्हां नूं मन दीयां जरूरतां दे विच कन्वर्ट कर बैठे आप सारे ही। इस करके ही संसार दे विच दृष्टि मार के देखने तां कोई बंदा खुश नजर नहीं आता। किसी नूं कोई प्रॉब्लम है, किसी नूं कोई प्रॉब्लम है, किसी नूं कोई प्रॉब्लम है। क्यों? क्योंकि जो दृष्टमान जरूरतां पे निर्भर हो गए। ये गुरबाणी गुरु दे विच सोझी दी गई कि मन दा लिवास, मन दा खान पीन, मन दा घर, मन ने कित्थे आसन लाना है, मन दा जो सुनन दा भी अकाल पुरख परमात्मा ने मन नूं खुश करन दे लई अनहद वाणी सूख महल दे विच नाद बजाए हैं।
ਪੁੱਤਰ ਜਿੱਥੇ ਜਾ ਕੇ ਮਨ ਬੈਠੇ, ਸੂਖ ਮਹਿਲ ਦੇ ਵਿੱਚ ਜਾ ਕੇ ਵਾਸਾ ਪਾਵੇ, ਅੰਮ੍ਰਿਤ ਰਸ ਪੀਵੇ, ਆਨੰਦ ਦੇ ਵਿੱਚ ਰਹਿਵੇ। ਲੇਕਿਨ ਉਹ ਇਲਾਕਾ ਸੁਖਮ ਹੈ ਜਿਹਦਾ ਕਿ ਆਪਾਂ ਨੂੰ ਅਜੇ ਤੱਕ ਭੇਦ ਨਹੀਂ। ਉਹ ਸਾਰਾ ਹੀ ਭੇਦ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹੇ। ਤੇ ਆਪਾਂ ਸਾਰੇ ਹੀ ਜਿਤਨਾ ਵੀ ਮਨਮਤ ਦੇ ਰਾਹੀਂ ਸੰਸਾਰ ਹੁਣ ਵੀ ਵਿਚਰ ਰਿਹਾ ਹੈ, ਤੇ ਜੋ ਪਿਛਲੇ 4 युग, चौथा युग चल रहा है, पिछले 3 युग लास्ट चले गए प्लस या वाला, लगातार मन ਦੀ ਤਰੱਕੀ ਦੀ ਲਿਓ ਸੰਸਾਰ ਦੇ ਵਿੱਚ ਭਾਗਦਾ ਰਿਹਾ। ਔਰ ਸੰਸਾਰ ਦੇ ਭੋਗਾਂ ਦੇ ਵਿੱਚ ਉਹ ਭੋਗ ਕੋਈ ਵੀ ਹੋ ਸਕਦਾ ਹੈ, ਕੋਈ ਵੀ ਭੋਗ ਹੋ ਸਕਦਾ ਜਿਹਦੇ ਵਿੱਚ ਕਿ ਸਾਡਾ ਮਨ ਤ੍ਰਿਪਤ ਹੋਣੇ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਔਰ ਕਰਦਾ ਰਿਹਾ। ਮਿਸਟੇਕ ਰਹੀ ਕਿ ਆਪਣੇ ਆਪ ਨੂੰ ਸਰੀਰ ਮੰਨ ਬੈਠਾ, ਸਰੀਰ ਮੰਨ ਕਰਕੇ ਹੀ ਆਪਣੇ ਆਪ, ਸਰੀਰ ਵੀ ਇੱਕ ਆਕਾਰ ਹੈ ਔਰ ਆਪਣੇ ਆਪ ਨੂੰ ਜਿੱਥੇ ਉਹਨੇ ਸਰੀਰ ਮੰਨਾ ਤੇ ਆਕਾਰਾਂ ਦੇ ਵਿੱਚ ਹੀ ਰਸਾਂ ਨੂੰ ਭੋਗਦੇ 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 ਆਪਣੇ ਆਪ ਦੀ ਸੰਤੁਸ਼ਟੀ ਤ੍ਰਿਪਤੀ ਨੂੰ ਖੋਜਣੇ ਦੇ ਵਿੱਚ ਲੱਗ ਗਿਆ, ਜਿਸ ਕਰਕੇ ਕਿ ਅਥਾ ਦੁਖੀ ਹੋ ਗਿਆ। ਔਰ ਸਮੇਂ ਬੀਤਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੋਝੀ ਨੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਪ੍ਰੇਤ ਦੀ ਵਰਤੀ ਤੋਂ ਆ ਕੇ ਬੈਠ ਗਿਆ। ਗੁਰਬਾਣੀ ਗੁਰੂ ਸਾਨੂੰ ਸੋਝੀ ਦਿੰਦੇ ਕਿ ਕਲ ਮੈਂ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਜੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਨਸ ਵਰਤੈ ਵਿਰਲੇ ਹੋ ਮੈਂ ਮਾਰੀ। ਵੀ ਕਲਯੁਗ ਦੇ ਸਮੇਂ ਦੇ ਵਿੱਚ ਐਸੀ ਵਰਤੀ ਹੋ ਗਈ ਕਿ ਬੋਲਣੇ ਦਾ ਢੰਗ ਭੁੱਲ ਗਿਆ, ਪਹਿਰਨੇ ਦਾ ਢੰਗ ਭੁੱਲ ਗਿਆ, ਖਾਣਾ ਕੀ ਹੈ ਉਹ ਵੀ ਭੁੱਲ ਗਿਆ, ਕਿੱਥੇ ਦਾ ਵਾਸੀ ਹੈ ਉਹ ਵੀ ਭੁੱਲ ਗਿਆ, ਕੀ ਕਰਨੇ ਇੱਥੇ ਆਇਆ ਥਾ ਉਹ ਵੀ ਭੁੱਲ ਗਿਆ, ਸਾਰਾ ਕੁਝ ਭੁੱਲ ਗਿਆ। ਪ੍ਰੇਤ ਦੀ ਤਰ੍ਹਾਂ ਆਪਣੀ ਵਰਤੀ ਬਣਾ ਲਈ ਔਰ ਪ੍ਰੇਤ ਦੀ ਤਰ੍ਹਾਂ ਆਪਣੇ ਆਪ ਨੂੰ ਚਲਾਣਾ ਸ਼ੁਰੂ ਕਰ ਦਿਆ। ਪ੍ਰੇਤ ਦੀ ਤਰ੍ਹਾਂ ਇੱਕ ਦੂਸਰੇ ਦੇ ਸਾਥ ਪ੍ਰੇਮ ਨਹੀਂ, ਸਿਰਫ ਔਰ ਸਿਰਫ ਮੋਹ। ਕੀ ਖਾਣਾ ਹੈ ਉਹਦਾ ਵੀ ਢੰਗ ਨਹੀਂ ਰਿਹਾ। ਦ੍ਰਿਸ਼ਟਮਾਨ ਦੇ ਵਿੱਚ ਵੀ ਭੋਗ, ਜੋ ਸਰੀਰ ਦੇ ਵੀ ਭੋਗ ਹੈ, ਉਹਨਾਂ ਨੂੰ ਵੀ ਛੁੱਟ ਕੇ ਗੰਦੀ ਚੀਜ਼ਾਂ ਖਾਣੀਆਂ ਸ਼ੁਰੂ ਕਰ ਦੀਆਂ। ਇਹੋ ਜਿਹਾ ਹੋ ਗਿਆ। ਕੁਛ ਵੀ ਜੀਵ ਜਨਾਵਰਾਂ ਨੂੰ ਮਾਸ ਕੱਟ ਕੇ ਖਾਣ ਲਗਾ, ਜਾਨਵਰਾਂ ਨੂੰ। ਪ੍ਰੇਤ ਹੋ ਗਿਆ, ਸੁਧ ਵਿਸਰ ਗਈ ਹੈ ਜੀ। ਉਹਨੂੰ ਕੋਈ ਸੁਧ ਨਹੀਂ ਹੈਗੀ ਕੀ ਮੇਰਾ ਖਾਣਾ ਹੈ, ਕੀ ਮੇਰਾ ਪਹਿਨਣਾ ਹੈ, ਕੁਛ ਕੀ ਮੇਰਾ ਦਾਇਰਾ ਹੈ, ਉਹ ਕੁਛ ਨਹੀਂ ਪਤਾ ਰਹਿ ਗਿਆ। ਸਿਰਫ ਔਰ ਸਿਰਫ ਆਪਣੇ ਆਪ ਨੂੰ ਖੁਸ਼ ਕਰਨ ਦੇ ਲਈ ਦ੍ਰਿਸ਼ਟਮਾਨ ਚੀਜ਼ਾਂ ਦਾ, ਕਿਉਂਕਿ ਬਹੁਤ ਲੰਬਾ ਸਮਾਂ ਹੋ ਗਿਆ, ਕभी किसी रस ਦਾ ਭੋਗ ਕਰਾ, ਕभी किसी ਦਾ ਇਤਨੇ ਰਸਾਂ ਦਾ ਭੋਗੀ ਹੋ ਗਿਆ ਕਿ ਅੱਜ ਜੀਵ ਜਨਾਵਰਾਂ ਨੂੰ ਦ੍ਰਿਸ਼ਟਮਾਨ ਚੀਜ਼ਾਂ ਦੇ ਵਿੱਚ ਉਹਨਾਂ ਨੂੰ ਕੱਟ ਫਟ ਕੇ ਖਾਣਾ ਸ਼ੁਰੂ ਕਰ ਦਿਆ। ਇਨਸਾਨ ਹੁੰਦੇ ਹੋਇਆ ਅਕਾਲ ਪੁਰਖ ਪ੍ਰਮਾਤਮਾ ਨੇ 84 ਲੱਖ ਜੁਨੀਆਂ ਦੇ ਵਿੱਚ ਸਭ ਤੋਂ ਉੱਤਮ ਜਾਮਾ ਦੇ ਕੇ ਇਹਨੂੰ ਭੇਜਿਆ ਥਾ। ਲੇਕਿਨ ਇਹਦੀ ਵਰਤੀ ਪਸ਼ੂਆਂ ਤੇ ਵੀ ਥੱਲੇ ਆ ਗਈ। पशु भी यदि अच्छे, पशु सिर्फ अपने खाने पे ही निर्भर कर रहे हैं, पशु सिर्फ अपना ही खाना खाएंगे, लेकिन या पशुओं ਨੂੰ ਵੀ ਖਾਣਾ ਸ਼ੁਰੂ ਕਰ ਦਿਆ ਨੇ। ਕੋਈ ਵੀ ਚੀਜ਼ ਸਾਥ ਜਿਹਦੇ ਟਾਈਮ ਦੇ ਵਿੱਚ ਨਜ਼ਰ ਮਾਰ ਕੇ ਦੇਖੋ ਤੇ ਲਗਭਗ ਸਾਰੀਆਂ ਚੀਜ਼ਾਂ ਦ੍ਰਿਸ਼ਟਮਾਨ ਦੇ ਵਿੱਚ ਜਿਤਨੇ ਵੀ ਵੈਸੇ ਹੈ ਗੰਦੀ ਚੀਜ਼ਾਂ, ਪਤਾ ਨਹੀਂ ਕੀ ਖਾ ਰਿਹਾ ਹੈ। ਇਹਨੂੰ ਕੁਝ ਪਤਾ ਹੀ ਨਹੀਂ ਰਿਹਾ ਕਿ ਮੈਨੂੰ ਖਾਣਾ ਕੀ ਹੈ, ਕੀ ਮੇਰੇ ਮਨ ਦੀ ਖੁਰਾਕ ਹੈ। ਪ੍ਰੇਤ ਦੀ ਜੂਨੀ ਦੇ ਵਿੱਚ ਆ ਗਿਆ, ਪ੍ਰੇਤ ਦੀ ਵਰਤੀ ਦੇ ਵਿੱਚ ਆ ਗਿਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੋਝੀ ਦਿੰਦੇ ਹੈ, ਕਿਉਂਕਿ ਅੱਜ ਦਾ ਚਲਾ ਹੋਇਆ ਨਹੀਂ ਹੈਗਾ। ਜੋ ਮਨ ਬੱਚੇ ਅਕਾਲ ਪੁਰਖ ਪਰਮਾਤਮਾ ਦੇ ਘਰ ਨਾਮ ਦੇ ਰਾਹੀਂ ਹਾਜ਼ਰ ਨਹੀਂ ਹੋਏ, ਪਿਛਲੇ 3 ਯੁਗਾਂ ਤੋਂ ਕੰਟੀਨਿਊ ਰਸਾਂ ਦਾ ਭੋਗ ਕਰਦਾ ਚਲਾ ਆ ਰਿਹਾ ਹੈ। ਪਹਿਲੇ ਕੁਝ ਹੋਰ ਥਾ, ਪਹਿਲੇ ਪਰਮਹੰਸ ਥਾ, ਫਿਰ ਦੁਆਪਰ ਤ੍ਰੇਤਾ ਦੇ ਵਿੱਚ ਮਾਨਸ ਦੀ ਉਹਦੇ ਵਿੱਚ ਆਇਆ, ਫਿਰ ਉਸ ਤੋਂ ਬਾਅਦ ਕਲਯੁਗ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੀ ਪਹਿਚਾਨ ਨਾ ਹੋ ਕਰਕੇ, ਹੁਕਮ ਦੀ ਪਹਿਚਾਨ ਨਾ ਹੋ ਕਰਕੇ ਪ੍ਰੇਤ ਦੀ ਵਰਤੀ ਦੇ ਵਿੱਚ ਆ ਗਿਆ। ਔਰ ਸਿਰਫ ਇੱਕ ਹੀ ਚੀਜ਼ ਢੂੰढ ਰਿਹਾ ਹੈ, ਸੰਤੁਸ਼ਟੀ। ਮਿਸਟੇਕ ਇੱਥੇ ਹੋ ਗਈ ਕਿ ਸੰਸਾਰ ਦੇ ਵਿੱਚ ਢੂੰढਣਾ ਨਿਕਲ ਪੜਾ। ਚਾਹੇ ਉਹ ਪ੍ਰੋਪਰਟੀ ਦੇ ਵਿੱਚ ਢੂੰढ ਰਿਹਾ ਹੋ,
ਚਾਹੇ ਲਿਵਾਸ, ਚਾਹੇ ਰਸਤਾ ਦਾ ਭੋਗ, ਚਾਹੇ ਵਾਸਨਾ ਦਾ ਭੋਗ, ਚਾਹੇ A to Z ਕੋਈ ਵੀ ਭੋਗ, ਉਹਦੇ ਵਿੱਚ ਮਨ ਨੂੰ ਸੰਤੁਸ਼ਟ ਕਰਨ ਦੇ ਲਈ ਕੋਸ਼ਿਸ਼ ਕਰਦਾ ਰਿਹਾ। ਔਰ ਅੱਜ ਦੇ ਸਮੇਂ ਦੇ ਵਿੱਚ ਉਸ ਸੰਤੁਸ਼ਟੀ ਨੂੰ ਪਾਣੇ ਦੇ ਚੱਕਰ 'ਚ ਅੱਜ ਉਸ ਅਵਸਥਾ ਤੋਂ ਆ ਕੇ ਬੈਠ ਗਿਆ ਕਿ ਜੋ ਇਹਦਾ ਨੋਰਮਲ ਬੋਡੀ ਦਾ ਵੀ ਖਾਣਾ ਥਾ ਉਹ ਵੀ ਇਹਦਾ ਫਿੱਟ ਨਹੀਂ ਰਿਹਾ, ਉਹ ਵੀ ਇਹਦਾ ਗੰਦਾ ਗੁੰਦਾ ਹੋ ਗਿਆ। ਜੋ ਮਨਮਤ ਤੇ ਵਿਚਰ ਰਹੇ ਹਨ, ਆਪਾਂ ਉਹਨਾਂ ਦੀ ਮਨਮੁਖਾ ਦੀ ਜੋ ਅਵਸਥਾ ਹੈ। ਲੇਕਿਨ ਜੋ ਗੁਰਮਤ ਦਾ ਗਿਆਨ ਦ੍ਰਿੜ ਕਰ ਰਹੇ, ਉਹਨਾਂ ਨੂੰ ਸੋਝੀ ਅਕਾਲ ਪੁਰਖ ਪ੍ਰਮਾਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਾਹੀਂ ਦੇ ਰਹੇ ਹੈ ਕਿ ਤੁਸੀਂ ਸੁਖਮ ਰੂਪ ਦੇ ਵਿੱਚ ਮਨ ਜੋ ਹੈ ਤੇਰਾ ਜੋਤ ਸਰੂਪ ਹੈ, ਤੂੰ ਮੇਰਾ ਬੱਚਾ ਹੈ, ਤੂੰ ਸੁਖਮ ਇਲਾਕੇ ਦਾ ਵਾਸੀ ਹੈ, ਤੂੰ ਦ੍ਰਿਸ਼ਟਮਾਨ ਦਾ ਨਹੀਂ। ਦ੍ਰਿਸ਼ਟਮਾਨ ਦੇ ਵਿੱਚ ਤੈਨੂੰ ਖੇਲ ਖੇਲਣ ਦੇ ਲਈ ਭੇਜਾ ਹੈ। ਜੋ ਤੈਨੂੰ ਸੁਧ ਵਿਸਰ ਗਈ, ਨਾਮ ਦੀ ਸੁਧ ਤੈਨੂੰ ਰਹੀ ਨਹੀਂ, ਮੇਰਾ ਚੇਤਾ ਵੀ ਤੈਨੂੰ ਵਿਸਰ ਗਿਆ। ਤੇ ਉਹ ਕਹਿੰਦੇ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਤੂੰ ਭੇਦ ਲੈ, ਤੇ ਭੇਦ ਲੈ ਲੈ ਕੇ ਚੱਲਣਾ ਸਿੱਖ। ਉਸ ਚੇਤੇ ਨੂੰ, ਉਸ ਸਿਮਰਨ ਨੂੰ, ਉਸ ਯਾਦ ਨੂੰ ਹਿਰਦੇ ਦੇ ਵਿੱਚ ਵਸਾ, ਜੋ ਬਿਲਕੁਲ ਹੀ ਤੇਰੇ ਹਿਰਦੇ ਦੇ ਵਿੱਚ ਅੰਦਰ ਤੇ ਚਲੀ ਗਈ, ਵਿਸਰ ਗਈ। ਹਰ ਚੀਜ਼ ਯਾਦ ਆਂਦੀ ਹੈ, ਹਰ ਚੀਜ਼, ਲੇਕਿਨ ਅਕਾਲ ਪੁਰਖ ਪਰਮਾਤਮਾ ਯਾਦ ਕਰਨਾ ਪੜ ਰਿਹਾ ਹੈ। दृष्टमान हर चीज अगर एक बार देख ली तो वो दिमाग से निकालने के लिए काफी कुछ करना पड़ता कि भी यह चीज सानू याद ना आवे, वो बार बार आई जाती, आ चीज सानू याद ना आवे। लेकिन अकाल पुरख परमात्मा बार बार बताने के बाद भी गुरु ग्रंथ साहब महाराज जी के हुक्म तो बाद भी याद करना पड़ रहा है। भूल जाने वाहिगुरु याद नहीं रहता, याद बिसर गई ना, याद हो गई माया दी। ਹਿਰਦੇ 'ਚ ਜੋ ਚੇਤਾ ਹੋ ਗਿਆ ਉਹ ਹੋ ਗਿਆ ਮਾਇਆ ਦਾ। ਕਿਉਂਕਿ ਇੱਕ ਵਰਤੀ ਹੁੰਦੀ ਹੈ, ਇੱਕ ਅਵਸਥਾ ਹੁੰਦੀ ਹੈ। ਅਗਰ ਇੱਕ ਚੀਜ਼ ਸਾਡੇ ਹਿਰਦੇ 'ਚ ਵਸ ਗਈ ਇੱਕ ਵਾਰ, ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਹੁੰਦੀ, ਫਿਰ ਉਹ ਯਾਦ ਹੀ ਰਹਿੰਦੀ ਹੈ। ਨਾ ਹੀ ਤਾਂ ਉਸ ਤੋਂ ਯਾਦ ਕਰਨ ਤੇ ਜ਼ੋਰ ਲਾਇਆ ਜਾ ਸਕਦਾ ਹੈ, ਨਾ ਹੀ ਉਹਨੂੰ ਭੁਲਾਣੇ ਤੇ, ਕਿਉਂਕਿ ਨਾ ਹੀ ਅਕਾਲ ਪੁਰਖ ਪਰਮਾਤਮਾ ਤੋਂ ਪ੍ਰੇਮ, ਇੱਕ ਦ੍ਰਿਸ਼ਟਮਾਨ ਦੇ ਵਿੱਚ ਵੀ ਜੋ ਕਿਸੇ ਨੂੰ ਕਿਸੇ ਚੀਜ਼ ਤੇ ਪ੍ਰੇਮ ਹੋ ਜਾ, ਤੇ ਨਾ ਤਾਂ ਉਹਨੂੰ ਕਰਨੇ ਤੇ ਜ਼ੋਰ ਹੈ, ਨਾ ਹੀ ਖਤਮ ਕਰਨੇ ਤੇ ਜ਼ੋਰ ਹੈ, ਕਿਉਂਕਿ ਉਹ ਹੋ ਗਿਆ, ਤੁਹਾਡੇ ਕਰਾ ਨਹੀਂ। ਮੋਹ ਤੁਸੀਂ ਆਪਾਂ ਸਾਰੇ ਮੋਹ ਕਰ ਸਕਦੇ हैं, लेकिन आप प्रेम नहीं अपनी तरफ ਤੇ ਪ੍ਰੇਮ ਦਾ ਜੋ ਵਿਸ਼ਾ ਹੈ, ਪ੍ਰੇਮ ਨੂੰ ਖੋਲੋ। ਪ੍ਰੇਮ ਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰਾ ਜਾ ਸਕਦਾ। ਪ੍ਰੇਮ ਭਾਵਨਾ, ਫੀਲਿੰਗਸ, ਉਹ ਖੁਦ ਆਪ ਆਂਦੀ ਅੰਦਰ ਤੇ ਉਹਨੂੰ ਪ੍ਰੈਸ਼ਰ ਦੇ ਸਾਥ ਨਹੀਂ ਲਾਇਆ ਜਾ ਸਕਦਾ, ਕੋਈ ਨਹੀਂ ਲਾਇਆ ਜਾ ਸਕਦਾ। जब भी उन्होंने लिख दिया जोर नाल नहीं, प्रेशर दे नाल नहीं, प्यार दे राही, प्रेम दे राही। और वो प्रेम प्यार वो कर्मां दे विच नहीं हैगा कि अगर लाया जावे कि जो चीज सानू अनलाइक है, जो सानू पसंद नहीं हैगी, उसनू साथे बोला जावे कि इनू पसंद करो, इनू लाइक करो, इनू पसंद करो, ए तो प्रेम करो, हो नहीं सकता। कहने तो भाव है कि जब साड़ा मन ही कहवे, मन नू ही वो चीज पसंद आ जावे, ਤੇ ਭਾਵੇਂ ਪੂਰਾ ਸੰਸਾਰ ਵੀ ਉਸ ਚੀਜ਼ ਨੂੰ ਗਲਤ ਬਤਾਈ ਜਾਵੇ, ਮਨ ਨੂੰ ਉਹ ਇੱਕ ਵਾਰ ਪਸੰਦ ਆ ਗਈ ਤੇ ਉਹਦੇ ਹਿਰਦੇ 'ਚ ਬਸ ਗਈ, ਮਨ ਤੋਂ ਭਾਵ ਹਿਰਦੇ, ਤਾਂ ਫਿਰ ਉਹਨੂੰ ਕੋਈ ਕੱਢਣ ਵਾਲਾ ਨਹੀਂ ਹੈਗਾ। ਲੇਕਿਨ ਹੁਣ ਦੀ ਜੋ ਅਵਸਥਾ ਹੋਈ ਹੈ ਮਨਮੁਖ ਵਰਤੀ, ਉਹਦੇ ਵਿੱਚ ਹਿਰਦੇ ਦੇ ਵਿੱਚ ਮਾਇਆ ਬਸ ਗਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਇਤਨਾ ਅਥਾ ਬੇਅੰਤ ਗਿਆਨ, ਅਕਥ ਦਾ ਗਿਆਨ, वो उस माया दे चेते नू विसार सकता है। इतना पावरफुल ज्ञान है। साने गुरमत नू जैसे जैसे दृढ़ करना है, गुरमत नू असी अपनी जिंदगी दे विच अपने मन पे फॉलो करना शुरू करेंगे तो वाहिगुरु अकाल पुरख परमात्मा दी कृपा दे राही माया दा चेता विसरना शुरू हो जाएगा और अकाल पुरख परमात्मा दी याद बसनी शुरू हो जाएगी। ਤੇ ਜੋ ਖੁਰਾਕ ਅਕਾਲ ਪੁਰਖ ਪਰਮਾਤਮਾ ਨੇ ਬ੍ਰਹਮ ਦੇ ਵਿੱਚ ਰੱਖੀ ਹੋਈ ਹੈ, ਸੁਨ ਦੇ ਵਿੱਚ ਰੱਖੀ ਹੋਈ ਹੈ, ਸੁਖ ਮਹਿਲ ਦੇ ਵਿੱਚ ਰੱਖੀ ਹੋਈ ਹੈ, वो खुराक साड़ा मन भूल करके दृष्टमान ਦੇ ਵਿੱਚ ਖੋਜਣ ਨਿਕਲ ਪੜਾ। ਤੇ ਹੁਣ ਉਹ ਸਾਨੂੰ ਸੋਝੀ ਦੇ ਰਹੇ ਹੈ। ਸਭ ਤੋਂ ਪਹਿਲਾਂ
ਤੂੰ ਆਪਣੇ ਆਪ ਨੂੰ ਬੋਡੀ ਨਾ ਮੰਨ ਕਰਕੇ ਆਪਣੇ ਆਪ ਨੂੰ ਸੁਖਮ ਮਨ ਮੰਨ, ਕਿਉਂਕਿ ਤੂੰ ਜੋਤ ਸਰੂਪ ਹੈ। ਜੋ ਆ ਮਿੱਟੀ ਹੈ, ਜੋ ਆ ਇੱਕ ਆਕਾਰ, ਇੱਕ ਪਿੰਡ, ਇੱਕ ਨਗਰ ਤੈਨੂੰ ਮਿਲਾ ਹੋਇਆ ਹੈ ਜਾਂ ਤੈਨੂੰ ਖੇਲਣੇ ਦੇ ਲਈ ਮਿਲਾ ਹੋਇਆ ਹੈ, लेकिन जो ਇਹਦੇ ਅੰਦਰ ਤੂੰ ਆਪ ਖੁਦ ਬੈਠਾ ਹੈ वो तू मेरा बच्चा है। मैं अकाल पुरख परमात्मा गुरु ग्रंथ साहब महाराज जी दे राही सोची कहते मैं प्रकाश रूप हाँ, तू मेरा बच्चा जोत स्वरूप है, मेरे विच ते ही निकला होया मेरा ही भाग ने मन, तू जोत स्वरूप है अपना मूल पछाण। उस तो बाद सोची देने कि तू आप सुखम है, मैं भी सुखम हाँ, तू आप भी सुखम है, ते बच्चे तेरी खुराक भी सुखम है और वो सुखम इलाके दे विच ही रखी हुई है। तू दृष्टमान दे विच ना जा, तू लोक दे विच बाहर ढूंढन निकल पड़ा ते हुण तू अंदर आ जा, परलोक नू चलना शुरू कर। कि परलोक नू चलन दे लई उन्हां ने सब ते पहले गुरु ग्रंथ साहब महाराज जी सानू सोझी देने कि सब तो पहला जो साने सफर करना है, जो अपने घर नू मुड़न दे लई तैयारी करनी है, उहदे विच साड़े लियो सब ते पावरफुल, सब ते ही इंपोर्टेंट वो है गुरु मंत्र। बिना गुरु मंत्र दा जाप किए, बिना गुरु मंत्र नू दृढ़ करे, बिना गुरु मंत्र नू हिरदे च वसाए अकाल पुरख परमात्मा दे घर एंट्री नहीं हैगी। अपन चाहे कि डायरेक्टली अपन ध्यान की अवस्था चले जा, मेडिटेशन की अवस्था चले जा, ऐसा हो नहीं सकता, क्योंकि जो अपना बैलेंस है वो काफी हद तक बिगड़ चुका है, अथे तक बिगड़ चुका है कि प्रेत दी वृत्ति दे विच आके बह गया। तो कहने सब तो पहला वाहिगुरु गुरु मंत्र नू इतने प्यार ते दृढ़ाओ, इतने प्यार ते दृढ़ाओ। सबसे पहला की चीज कि गलतियां दा जो पाप करे हुए हैं उन्हां दा पछतावा होना चाहिए, बहुत पछतावा, इतना पछतावा कि वर्ड ही ना रह जा। मैं कुछ अकाल पुरख परमात्मा के सामने सफाई देने ले लियो, सिर्फ और सिर्फ एक ही हथ जोड़ के एक ही बेनती निकले कि सानू अकाल पुरख परमात्मा बख्श दे। अगर असी पापी ना हुंदे, गलतियां वाले ना हुंदे ते वाहिगुरु कलयुग दे समय च ना बैठे हुए हुंदे, असी तां तर गए हुंदे पहले ही। ਆਪਾਂ ਕਹਿੰਦੇ ਨੇ ਵੀ ਸਾਨੇ ਆਪਣੀ ਲਾਈਫ ਦੇ ਵਿੱਚ ਇਹੋ ਜਿਹਾ ਤਾਂ ਕੋਈ ਕੰਮ ਨਹੀਂ ਕਰਾ, ਕੋਈ ਮਾੜਾ ਕੰਮ ਸਾਨੇ ਨਹੀਂ ਕਰਾ। ਜੋ ਅਕਾਲ ਪੁਰਖ परमात्मा ਦੇ ਹੁਕਮ ਤੋਂ ਬਾਹਰ ਇੱਕ ਪਲ, ਇੱਕ ਛਿਨ, ਇੱਕ ਸੈਕਿੰਡ ਵੀ ਹੋ ਰਿਹਾ ਹੈ, वो सब कुछ पाप है। ਤੇ ਲਗਾ ਲਓ ਆਪਾਂ ਸਾਰੇ कितने बड़े पापी हैं, क्योंकि अपने जो पिता है अकाल पुरख परमात्मा उन्हां दे हुक्म दे विच, क्योंकि उन्हां दा हुक्म था कि तुसी दृष्टमान दे विच जाना है, हुक्म दे राही कार कमानी है, कर्म नू करना है, धर्म नू साथ लेके चलना है। धर्म तो भाव है आप खुद अकाल पुरख परमात्मा सच, लेकिन अस्ता झूठ तो रज गए ना, कूड़ तो, माया तो, विख तो, गंदगी तो रज गए। लेकिन जो ज्ञान सानू हुण गुरु ग्रंथ साहब महाराज जी दे रहे हैं, प्रैक्टिकली सानू एक एक बरीकी दे विच जना रहे हैं, ते आपां बड़भागी भी हो गए। जो संसार दे विच अकाल पुरख परमात्मा जी दे हुक्म दे विच आ जाएंगे वो तर जाएंगे, जो हुक्म ते ख्वार रहेंगे, बाहर रहेंगे, वो नहीं तरने, क्योंकि बिना नाम तो ना अज तक कोई पार होया ते ना कोई पार हो सकदा। चाहे वो कितना भी पढ़ा लिखा दृष्टमान दे विच क्यों ना हो, चाहे वो कितना भी बड़ा साइंटिस्ट हो, कुछ भी हो, लेकिन वो लोक दा है जो कुछ भी है, परलोक दी सोझी उन्हों हैगी नहीं। सब तो पहली चीज कि वो दृष्टमान चीज पर सर्च कर रहा है, लेकिन उन्होंने आप दी खुद दा पता नहीं, आप मैं खुद कौन हाँ, अपने आप दी सर्चिंग करनी चाहिए सब तो पहला। जो साइंस पे बहुत ज्यादा भरोसा कर गए हैं उन्हां दे लई कि दृष्टमान दे विच और चीजां पे बहुत ज्यादा कोशिश कर रहा है, लेकिन अपने आप पे कभी कोशिश नहीं करी कि जो मेरे अंदर बैठा होया ए चीज पे, ए विषय पे सर्च कर रहा, सब तो पहला उन्हों ही ना खोज लवा कि वो कौन है। कोई साइंटिस्ट है, कोई भी है, लगा लो,
वो दृष्टमान दी चीजां पे सर्च करने पे लगा पड़ा है। सब तो पहला जो ਉਹਦੇ ਅੰਦਰ ਬੈਠਾ ਹੋਇਆ सर्च करने ਦਾ ਵਿਚਾਰ ਲੈ ਰਿਹਾ ਹੈ, ਉਹਨੂੰ खोजना चाहिए अगर वो साइंटिस्ट है ਤਾਂ। जैसे कि एक बहुत बड़ा विषय बनाया होया साइंस इस चीज ਨੂੰ ਨਹੀਂ ਮੰਨਦੀ, ਸਾਇੰਸ ਆ ਕਹਿੰਦੀ ਹੈ, ਸਾਇੰਸ ਆ ਕਹਿੰਦੀ ਹੈ। ਸਾਇੰਸ ਹੈ ਕੀ? ਲੋਕ ਦੇ ਵਿੱਚ ਚੀਜ਼ਾਂ पे सर्च ਕਰਨ ਵਾਲੇ ਵਿषय ਨੂੰ ਸਾਇੰਸ ਬੋਲ ਦਿया। साइंस कोई अवतार नहीं है। जो अकाल पुरख परमात्मा ने साजा निवाजा है उस पर सर्चिंग कर रहे हैं अपनी मनमत ਨੂੰ ਲੈਂਦੇ ਹੋਇਆ। लेकिन सुखम इलाके ਦਾ ਤਾਂ भेद ही नहीं हैगा। सब तो पहला अपने आप ਦਾ भेद नहीं हैगा कि मेरे अंदर जो बैठा है, जो सर्च करने ਦਾ विषय ਲੈ ਰਿਹਾ है, जो विचार बना रहा है, वो कौन है। सब तो पहला ਉਹਨੂੰ सर्च कर लेना चाहिए बॉडी ਚ ਕਿੱਥੇ बैठा है, कैसा दिखदा है वो, कित्थे ते आया है वो, कित्थे जाऊगा वो। ਉਹਦਾ भेद हैगा नहीं। दृष्टमान ਦੇ ਵਿੱਚ ਖੋਜਾਂ ਕਰਨ ਨਿਕਲ ਪੜੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸੋਝੀ ਦਿੰਦੇ ਹੈ ਕਿ ਤੁਸੀਂ ਸੁਖਮ ਇਲਾਕੇ ਦੇ ਵਿੱਚ ਪ੍ਰਵੇਸ਼ ਕਰੋ, ਕਿਉਂਕਿ ਤੁਸੀਂ ਆਪ ਸੁਖਮ ਹੋ, ਮਨ ਸੁਖਮ ਹੈ। ਜਦ ਆਪਾਂ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾਏਂਗੇ ਤੇ ਜੋ ਸਾਨੂੰ ਵਿਚਾਰਾਂ ਦਾ ਥੋਟ, जो एरिया है, जो पौड़ पानी अगन तो विचार तैयार होने हैं, उस एरिए ਨੂੰ ਇਹਦੇ ਵਿੱਚ ਪ੍ਰਵੇਸ਼ ਕਰੂਗਾ। ਸਿੱਧਾ ਨਹੀਂ ਡਾਇਰੈਕਟਲੀ ਨਹੀਂ ਕਰ ਸਕਦਾ, ਕਿਉਂਕਿ ਆਕਾਰ ਹੀ ਵਿਚਾਰ ਤਿਆਰ ਹੋਏ ਔਰ ਆਕਾਰਾਂ ਦੇ ਵਿੱਚ ਭਗਤੀ ਕਰ ਰਿਹਾ। ਆਕਾਰਾਂ ਦੇ ਵਿੱਚ ਆਕਾਰਾਂ ਤੋਂ ਭਾਵ ਹੈ ਕਿ ਦ੍ਰਿਸ਼ਟਮਾਨ ਚੀਜ਼ਾਂ ਦੀ ਭਗਤੀ ਕਰ ਰਿਹਾ ਹੈ? ਨਹੀਂ। ਜੋ ਦ੍ਰਿਸ਼ਟਮਾਨ ਚੀਜ਼ਾਂ ਦੀ ਭਗਤੀ ਵੀ ਨਹੀਂ ਕਰ ਰਿਹਾ, ਉਹ ਕਹਿੰਦਾ ਜੀ ਮੈਂ ਪੇੜ ਪੱਤਾਂ ਨੂੰ, ਪੱਥਰਾਂ ਨੂੰ, ਦ੍ਰਿਸ਼ਟਮਾਨ ਕਾਲਪਨਿਕ ਚੀਜ਼ਾਂ ਨੂੰ ਜੋ ਦ੍ਰਿਸ਼ਟਮਾਨ ਦੇ ਵਿੱਚ, ਇਹਨਾਂ ਨੂੰ ਨਹੀਂ ਮੈਂ ਪੂਜਦਾ। ਬਹੁਤ ਮਨ ਬੱਚੇ ਐਸੇ ਜੀ, ਅਸੀਂ ਇਹ ਨਹੀਂ ਪੂਜਦੇ, ਅਸੀਂ ਨਿਰਾਕਾਰ ਦੀ ਪੂਜਾ ਕਰਦੇ ਹਾਂ, ਨਿਰਾਕਾਰ ਨੂੰ ਯਾਦ ਕਰਦੇ ਹਾਂ। ਲੇਕਿਨ ਇਹਦੇ ਵਿੱਚ ਵੀ ਵਾਹਿਗੁਰੂ ਬਰੀਕੀ ਹੈਗੀ। ਨਿਰਾਕਾਰ ਨੂੰ ਵਿਚਾਰਾਂ ਤੋਂ ਰਹਿਤ ਹੋ ਕੇ ਯਾਦ ਕਰਨਾ ਹੈ, ਕਿਉਂਕਿ ਆਪਾਂ ਨੇ ਦ੍ਰਿਸ਼ਟਮਾਨ ਆਕਾਰਾਂ ਵਾਲੀ ਮਾਇਆ ਨੂੰ ਤਾਂ ਛੁੱਟ ਦਿਆ ਕਿ ਅਸੀਂ ਇਹਨੂੰ ਨਹੀਂ ਮੰਨਦੇ, ਅਸੀਂ ਦ੍ਰਿਸ਼ਟਮਾਨ ਦੇਵੀ ਦੇਵਤਾ ਨੂੰ ਨਹੀਂ ਮੰਨਦੇ, ਅਸੀਂ ਪੱਥਰਾਂ ਨੂੰ ਨਹੀਂ ਪੂਜਦੇ, ਅਸੀਂ ਮਣੀ ਮਟਾਂ ਨੂੰ ਨਹੀਂ ਪੂਜਦੇ। ਠੀਕ ਹੈ, दृष्टमान तो रोक लगा दी, लेकिन वो दृष्टमान साढ़े अंदर विचारा दे रही, आकार विचारा दे रही प्रवेश होया होया है कि साने उस पर भी रोक लगा दी। वो आपा सोच ही नहीं ले पाए। वो कहने कि असी उस थां तो नहीं जाना, असी उस थां तो नहीं जाना, उसी वो नहीं करना, असी वो नहीं करना। गुरु ग्रंथ साहब महाराज जी कहने देवी देवता नू ना पूजो, एनू ना पूजो, उनू ना पूजो। या भी एक बहुत बड़ा विषय बना दिया, भुलेखा दे दिया। नहीं, गुरु ग्रंथ साहब महाराज जी या नहीं कहते कि तुसी एनू ना पूजो, एनू ना पूजो, एनू ना पूजो। गुरु ग्रंथ साहब महाराज जी कहने काल दी पूजा ना करो, आकार दी पूजा ना करो। जो आकार थाड़े अंदर विचारा दे राही प्रवेश होया होया है, उदी भी पूजा ना करो। निराकार दी, सुखम दी, उन्नो याद करो। ते सुखम नू सुखम इलाके दे विच जाके पाया जा सकता है ना। दृष्टमान दे विच कैसे पा लोगे? दृष्टमान तो माया है सारी। जो आकार है, आकारा तो जाने ते साने सब तो पहला साड़ी आकार है बॉडी। ए बॉडी नू साने था तो जाने ते रोक दिया। ठीक है, रोक दिया कि साने अपने मन नू जो आकारा दे राही विचार अंदर पड़े हुए थे, उना तो था तो रजो तो तमो तो सतो तो जाने ते रोक दिया। अगर असी उन्हें रोकने च कामयाब हो गए तो वाकई असी चौथे पद्दे विच एंटर हो गए। या है अंदर सुखम इलाके च प्रवेश करने का सब तो पहला पॉइंट कि जो पौड़ पानी अगन तो अंदर विचार तैयार हो रहे हैं, और वो विचार किसी और चीज दे नहीं, जो दृष्टमान माया है उदे ही थॉट साढ़े अंदर बनते हैं। चाहे वो रजो दे हो, चाहे वो तमो दे हो, चाहे वो सतो दे हो। उन्हां दे विच बह के भी मन वाहिगुरु गुरमंत्र करता रहता है। उन्हां दे विच बह के भी पाठ करता रहता है। उन्हां दे विच बह के भी गुरु ग्रंथ साहब महाराज जी की बाणी नूं पढ़ता रहता है, शब्द सुनता रहता है। शब्द तो भाव है, पर दृष्टमान जो बाणी चलती है उसकी बात कर रहा है। त्रै गुणा दे विच शब्द नहीं सुनाई देंदे।
ਤੇ ਉਹ ਕਹਿੰਦੇ ਕਿ ਸਭ ਤੋਂ ਪਹਿਲਾ ਉਹ ਸਾਨੂੰ ਸੁਖਮ ਇਲਾਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਕਿ ਤੁਸੀਂ ਸੁਖਮ ਇਲਾਕੇ ਦੇ ਵਿੱਚ ਪ੍ਰਵੇਸ਼ ਕਰੋ, क्योंकि जिस इलाके ਦੇ ਵਿੱਚ ਜੋ ਸਾਡੀ ਸੁਰਤੀ ਵਿਚਰਣ ਕਰ ਰਹੀ ਹੈ वो दृष्टमान इलाका है। ਇੱਕ ਤਾਂ ਬਾਹਰ ਹੋ ਗਿਆ ਜੋ ਨੇਤਰਾ ਦੇ ਰਾਹੀਂ ਬਾਹਰ ਚਲਾ ਜਾਂਦਾ ਹੈ ਮਨ, ਇੱਕ ਹੋ ਗਿਆ ਕਿ ਨੇਤਰ ਬੰਦ ਕਰ ਲਈਏ ਤਾਂ ਵਿਚਾਰਾਂ ਵਾਲੇ ਏਰੀਏ ਭਵਸਾਗਰ ਦੇ ਵਿੱਚ ਗਿਰ ਜਾਂਦਾ ਅੰਦਰ। और फिर वाहिगुरु गुरु मंत्र जपदा है या कोई और भी गुरु मंत्र जपदा है कि रजो तमो सतो ते जांदा रहिंदा नाम नूं मगन। तो कहने त्रै गुणा दे विच थल्ले ही पड़ा है काल दा, कहने त्रै गुण काले की सरकारा। काल दी सरकार दे विच काल भुलेखा दे दिंदा कि तू वाहिगुरु गुरु मंत्र कर रहा है, भक्ति चल रही है, मिस्टेक हो गई। वो कहने भक्ति तो भाव की हैगा, वाहिगुरु गुरु मंत्र नूं जपन ते भाव की हैगा। भाव है मन नूं विचारां तो रहत करना। जे अगर मन विचारां विच सुखम दे विच छोटे छोटे निक्के निक्के विचार चल रहे हैं, सहज सुभाई या काल दी चाल, और वाहिगुरु गुरु मंत्र भी चल रहा, मन भुलेखा खा गया। वो कहने अपनी धुन दे विच ध्यान रखदे होया, जब गुरु ग्रंथ साहब महाराज जी ने कह दी कि अपनी धुन दे विच ध्यान रख ते रख। ऐना ने भी रोला रप्पा करना, ऐना ने भी शोर मचाना, क्योंकि ऐना दा अंदर एक बहुत बड़ा पावरफुल एक भवसागर एक दायरा बना होया जिहदे विच कि तू काफी टाइम तो अपनी इच्छा तो खेल रहा। हुण तू उसदे विच ते निकलने दी बात करना जो इन्हां नूं बिल्कुल नापसंद है। कहने निकलना है तो इन्होंने रोकना है, युद्ध होगा। कहने अपनी चाल चलनी है, इन्होंने अपनी चलनी है। तेरी हर कमजोरी दा इन्हां नूं पता है। तू वाहिगुरु गुरु मंत्र करेगा, ये ऐसा पॉइंट मारेंगे, ऐसी ऐसी चाल चलेंगे जो तेरी सबसे बड़ी कमजोरी होगी, ते तू फिर डिगेगा। इस वजह से गुरु ग्रंथ साहब महाराज जी कहते हैं कि निर्भव ते मिलना है ते निर्भव गुण अंदर लाना पड़ेगा। अकाल पुरख परमात्मा दे गुणा दा चेता करना पड़ेगा, डरना नहीं हैगा। जिवें सुरती डर जाती है, वाहिगुरु अंदर कोई फैमिली दा विचार इहो जिहा दे दिया जिहदी कि बहुत ही ज्यादा चिंता, जिस तो ज्यादा ही मन रजा होया हो, जिस तो ज्यादा ही प्रेम हो, उहदा विचार दे दिया शायद उन्होंने ऐसा ना हो जावे, शायद वो मैनू छुट के ना चला जावे, शायद बिजनेस ऐसा ना हो जावे, शायद कुछ ऐसा ना हो जावे। वो काल नू सारा कुछ पता है कि ऐदा जो मन है किन चीजा तो रजा होया है, वो वैसी ही चाल चलता है। हुंदा कुछ भी नहीं, हुंदा वो है जो अकाल पुरख परमात्मा ने करना है। या तो सानू एक भुलेखा दिया जाता है, साड़ी मनमत जो है जो कि बहुत ही डाउन वाले एरिया दे विच थल्ले डाउन हो गई बहुत ज्यादा, उहदे अनुसार या पॉइंट पकड़ के एक ऐसा भुलेखा दे दिंदा है, ऐसी वृत्ति साडे मन दी कर दिंदा है कि असीं फस जांदे। होगा वो जो उनने करना है। कहने चिंता ताकि कीजिए जा भिखारी दी पदवी तो आके बह गया मन। अज बहुत ही ज्यादा निक्की निक्की बात तो डर जाता है, छोटी छोटी बात तो डर, इतना ज्यादा अपने आप की पहचान नूं भुल करके कि मैं कौन हाँ, की औलाद हाँ, की मेरी खुराक है, किस एरिया का मैं वासी हाँ, मेरे घर दे विच तां जो मेरा पिता है वो राजाओं का भी राजा है, महाराजा है, उहदी औलाद मैं हाँ। भुल गया अपने आप को, भिखारी हो गया। तो जिहदा मानसिक संतुलन जैसा आप उदाहरण देने कि कोई एक बड़ा दृष्टमान दे विच कोई एक अच्छी रेपुटेशन वाला बंदा है, जिमें भी ला लो कोई अच्छा भी कोई भी लगा लो अच्छी लेवल वाला बंदा है और उदी बहुत ही ज्यादा चलती है, बहुत ही ज्यादा उदी रेस्पेक्ट होती है, जो वो कह देंदा वही हुंदा है, ठीक है। और उदा एक बच्चा है, औलाद है उदी एक, ते अधिकार जिवें कि एक राजा लगा लो, दृष्टमान दे विच कोई राजा है, उदा एक रियासत है, उदा एक एरिया है, उदे विच उदी चलदी है, उदी थल्ले लोग कम करदे हैं। उदा भी एक लड़का है, राजकुमार बोल दो, राजा दा मुंडा राजकुमार हो गया। ते चलदी तां राजा दी है, लेकिन अगर
ਰਾਜਾ ਕਹੇ ਕਿ ਰਾਜਕੁਮਾਰ ਨੂੰ ਉੱਥੇ ਲੈ ਕੇ ਜਾਓ ਤਾਂ ਨੀਚੇ ਦੇ ਅੰਤਰੀ ਮੰਤਰੀ ਜੋ ਵੀ ਕੋਈ ਹੈ ਉਹਨੂੰ ਉੱਥੇ ਹੀ ਲੈ ਕੇ ਜਾਏਗੇ ਕਿ ਇੱਥੇ ਘੁਮਾ ਕੇ ਲਾਓ, ਯਾ ਕਰੋ ਇਹਦੇ, ਯਾ ਸਾਫ਼ ਕਰੋ, ਯਾ ਕਰੋ ਇਹਨੂੰ, ਆ ਪਹਿਨਾਓ, ਆ ਕਰੋ, ਘੋੜੇ ਤੇ ਲੈ ਕੇ ਜਾਓ। ਉਦਾਹਰਣ ਦੇ ਰਹੇ ਆਪਾਂ। तो बाप दे करके बच्चे ਨੂੰ ਵੀ वही वाला सत्कार मिलूगा जो बाप ਨੂੰ मिलता है। लेकिन कब तक? जब तक बच्चा अपने पिता के हुक्म छ है। अगर ਉਹਦਾ ਮਾਨਸਿਕ ਸੰਤੁਲਨ ਵਿਗੜ ਜਾ, ਭਾਵ ਲਗਾ ਲਓ ਰਾਜਾ ਦੇ ਮੁੰਡੇ ਦਾ, ਰਾਜਾ ਦੇ ਲੜਕੇ ਦਾ ਮਾਨਸਿਕ ਸੰਤੁਲਨ ਵਿਗੜ ਜਾ, ਤੇ ਜਿਨ੍ਹਾਂ ਨੂੰ ਰਾਜਾ ਉਹਦੀ ਸੁੱਖ ਸਹੂਲਤਾਂ ਦੇ ਲਈ ਬੁਲਾਉਂਦਾ ਤਾਂ ਉਹਨਾਂ ਤੇ ਹੀ ਕਹੂਗਾ ਕਿ ਇਹਦਾ ਮਾਨਸਿਕ ਸੰਤੁਲਨ ਠੀਕ ਨਹੀਂ ਰਹਿ ਗਿਆ, ਇਹਨੂੰ ਪਾਗਲਖਾਨੇ ਛੁੱਟ ਜਾਓ, ਇਹਨੂੰ ਬੰਦੀ ਬਣਾ ਦਿਓ। ਯਾਈ ਅਵਸਥਾ ਸਾੜੀ ਹੋਈ ਹੋਈ ਹੈ। ਅਸੀਂ ਔਲਾਦ ਰਾਜਾ ਦੀ ਹੈ, ਮਹਾਰਾਜਾ ਦੀ ਹੈ, लेकिन मानसिक संतुलन बिगड़ जाने के कारण जो साढ़े नौकर बने हुए थे, जो अकाल पुरख परमात्मा ने साढ़े नौकर लगाए थे, साड़ी जी हजूरी बजाने के लिए नौकर लगाए थे, उन्होंने ही सानू वेड़ियां ला के एक कटघरे दे विच, एक बंदी खाने दे विच बंद कर दिया। क्यों? क्योंकि पागल हो गया, मानसिक संतुलन खराब हो गया, किसी का कुछ भी नुकसान कर सकता है। ਤੇ ਹੁਣ ਆਪਣੀ ਇਹੋ ਜੀ ਵਰਤੀ ਹੋ ਗਈ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਮਾਨਸਿਕ ਸੰਤੁਲਨ, ਆਪਾਂ ਦ੍ਰਿਸ਼ਟਮਾਨ ਦੀ ਹੈ ਦਿਮਾਗ ਦੀ ਬਾਤ ਨਹੀਂ ਕਰਦੇ, ਆਪਾਂ ਕਰਦੇ ਮਨ ਦੀ। ਮਨ ਦਾ ਜੋ ਮਾਨਸਿਕ, ਮਨ ਦਾ ਜੋ ਸੰਤੁਲਨ ਹੈ, ਜੋ ਸਵਾਸਾਂ ਦੇ ਰਾਹੀਂ ਘਟ बढ़ ਕੇ ਚੱਲ ਰਿਹਾ ਹੈ, ਉਹ ਵਿਗੜਾ ਹੋਇਆ ਹੈ, ਜਿਹਦੇ ਕਰਕੇ ਕਿ ਇਹਨੂੰ ਸੁਧ ਨਹੀਂ ਰਹੇਗੀ। तो उन्होंने सानू सब तो पहला वाहिगुरु गुरमंत्र दिया। कहने ਇਹਨੂੰ ਵਾਹਿਗੁਰੂ ਗੁਰਮੰਤਰ ਨੂੰ ਜਾਪ ਕਰ ਕਰਕੇ ਦ੍ਰਿੜਾ ਕੇ ਬਹੁਤ ਦੇਖੋ, ਆਪਾਂ ਵਿਆਖਿਆਨ ਨਹੀਂ ਕਰ ਸਕਦੇ, ਸ਼ਬਦਾਂ ਦੇ ਵਿੱਚ ਧੰਨਵਾਦ ਨਹੀਂ ਕਰ ਸਕਦੇ, ਸ਼ਬਦ ਬਹੁਤ ਕਮ ਹੈ ਕਿ ਆਪਾਂ ਨੂੰ ਉਹਨਾਂ ਨੇ ਕਿਤਨੀ ਨਿੱਕੇ ਪੁਆਇੰਟਾਂ ਦੇ ਰਾਹੀਂ, ਭਾਵੇਂ ਕੋਈ ਕਿਤਨਾ ਵੀ ਮਨਮਤ ਵਾਲਾ ਕਿਉਂ ਨਾ ਹੋ, ਉਹ ਵੀ ਸਮਝ ਸਕਦਾ ਹੈ, ਭਾਵੇਂ ਕੋਈ ਕਿਸੇ ਵੀ ਅਵਸਥਾ 'ਚ ਕਿਉਂ ਨਾ ਬੈਠਾ ਹੋ, ਅਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆ ਗਿਆ ਤੇ ਉਹ ਸਮਝ ਸਕਦਾ ਹੈ। ਹਰ ਇੱਕ ਨੂੰ ਸਮਝਾਇਆ ਜਾ ਸਕਦਾ ਹੈ, ਲੇਕਿਨ ਜੋ ਸਿਰ ਨੀਵਾਂ ਕਰਕੇ ਆ ਕੇ ਬੈਠ ਗਿਆ, ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਨੂੰ ਦ੍ਰਿੜਾ। ਫਿਰ ਉਹਨਾਂ ਨੇ ਕਿਹਾ ਦ੍ਰਿੜਾਣਾ ਕੈਸੇ ਹੈ? ਕਹਿੰਦੇ ਆਪਣੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਏ ਦ੍ਰਿੜਾ। ਇਹਨਾਂ ਨੇ ਤੇਰੇ ਤੇ ਵਾਰ ਕਰਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖੋ, ਤੁਹਾਡੀ ਕਾਲ ਮਿਊਟ ਹੋ ਗਈ ਆ। ਵਾਹਿਗੁਰੂ ਜੀ, ਆਪਣੀ ਕਾਲ ਨੂੰ ਅਨਮਿਊਟ ਕਰੋ। ਵਾਹਿਗੁਰੂ, ਸੁਣਾਈ ਨਹੀਂ ਦੇ ਰਿਹਾ ਕੁਛ ਵੀ। ਵਾਹਿਗੁਰੂ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਗੁਰਮੁਖੋ, ਆਪਾਂ ਨੂੰ ਉਹਨਾਂ ਨੇ ਸੋਝੀ ਦੀ ਕਿ ਗੁਰਮੰਤਰ ਨੂੰ ਕੈਸੇ ਦ੍ਰਿੜਾਣਾ ਹੈ। ਕਹਿੰਦੇ ਆਪਣੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਇਆ। ਇਹਨਾਂ ਨੇ ਤੇ ਜੋ ਮਾਇਆ ਹੈ, ਜੋ ਕਾਲ ਹੈ, ਜੋ ਤੇਰੇ ਅੰਦਰ ਵਿਚਾਰਾਂ ਦੇ ਰਾਹੀਂ ਪਰੋਇਆ ਹੋਇਆ ਹੈ, ਕਹਿੰਦੇ ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ, ਤ੍ਰੈਗੁਣ ਕਾਲੇ ਕੀ ਸਰਕਾਰਾਂ। ਅੰਦਰ ਹੀ ਹੈ ਨਾ ਸਾਰਾ। ਆਪਾਂ ਬਾਹਰ युद्ध करने ਚ लगे पड़े हैं। जप तप पूजा, था तो जाना, किसी ने बाल केस बढ़ा दिए, किसी ने कुछ कपड़े किसी और तरीके दे पा लिए, किसी ने कुछ कर दिया, कोई किसी था तो जाके बह गया, किसी ने दृष्टमान दे विच संन्यास ले लिया, परिवार नू छड्ड दिया। नहीं, गुरु ग्रंथ साहब महाराज कहने तू अपने मन नू बंधना तो मुक्त कर। तू अगर निक्के पॉइंटा दे राही भी अपने शरीर नू कट देगा ना, तो जो होमे दा रोग लगा है वो तेरा जब भी नहीं जाना, ते दृष्टमान क्रियाकलापां दे राही तो किवें चला जाऊगा। तो कहने तू वाहिगुरु गुरमंत्र नू धुन दे विच ध्यान रखदे होया जप, बहुत ही नीवा होकर, बहुत ही सत्कारयोग अकाल पुरख
ਅਕਾਲ ਪੁਰਖ ਪਰਮਾਤਮਾ ਨੂੰ ਬੁਲਾਏਗਾ ਤੇ ਸੁਖਮ ਇਲਾਕੇ ਦੇ ਵਿੱਚ ਚੌਥੇ ਪਦ ਦੇ ਵਿੱਚ ਤੇਰੀ ਸੁਰਤੀ ਪ੍ਰਵੇਸ਼ ਕਰੂਗੀ। ਜਾਂ ਆਪਾਂ ਸੁਖਮ ਇਲਾਕੇ ਦੇ ਵਿੱਚ ਉਸ ਸੁਖਮ ਇਲਾਕੇ ਦੇ ਵਿੱਚ ਪ੍ਰਵੇਸ਼ ਹੋਣ ਦੀ ਗੱਲ ਵਿਚਾਰ ਆਪਾਂ ਗੁਰਬਾਣੀ ਗੁਰੂ ਦੇ ਰਾਹੀਂ ਕਰ ਰਹੇ ਹਾਂ ਸਾਂਝੀ, ਜਿਸ ਸੁਖਮ ਇਲਾਕੇ ਦਾ ਭੇਦ ਸਾਇੰਸ ਨੂੰ ਨਹੀਂ ਹੈਗਾ। ਉਹਦੇ ਵਿੱਚ ਆਕਾਰ ਵਾਲੀ ਚੀਜ਼ ਪ੍ਰਵੇਸ਼ ਨਹੀਂ ਕਰ ਸਕਦੀ। ਉਹਦੇ ਵਿੱਚ ਸੁਖਮ ਇਲਾਕੇ ਦੇ ਵਿੱਚ ਸੁਖਮ ਹੀ ਚੀਜ਼ ਪ੍ਰਵੇਸ਼ ਕਰੂਗੀ ਔਰ ਉਹ ਸੁਖਮ ਚੀਜ਼ ਹੈ ਸਾਡਾ ਮਨ, ਸਾਡੀ ਸੁਰਤ। ਦ੍ਰਿਸ਼ਟਮਾਨ ਦੇ ਵਿੱਚ ਆਪਾਂ ਕੁਝ ਬੋਡੀ ਦੇ ਰਾਹੀਂ ਕੁਝ ਔਰ ਕੁਝ ਖੋਜ ਸਕਦੇ ਹਾਂ, ਲੇਕਿਨ ਸੁਖਮ ਦੇ ਵਿੱਚ, ਸੁਖਮ ਇਲਾਕੇ ਦੇ ਵਿੱਚ ਸੁਖਮ ਜਾਊਗਾ। ਤੇ ਉਹ ਕਹਿੰਦੇ ਤੈਨੇ ਚੌਥੇ ਪਦ ਦੇ ਵਿੱਚ ਆਪਣੀ ਸੁਰਤੀ ਨੂੰ ਲੈ ਕੇ ਜਾਣਾ ਹੈ, ਭਵਸਾਗਰ ਨੂੰ ਪਾਰ ਕਰਨਾ ਹੈ, ਤ੍ਰੈ ਗੁਣਾ ਤੋਂ ਮਨ ਨੂੰ ਰਹਿਤ ਕਰਨਾ ਹੈ। ਉਹਦੇ ਲਈ ਤੈਨੂੰ ਜਹਾਜ਼ ਦਿਆ ਗਿਆ ਹੈ, ਉਹ ਹੈ ਵਾਹਿਗੁਰੂ ਗੁਰੂ ਮੰਤਰ, ਹਰ ਹਰੇ ਗੁਰੂ ਮੰਤਰ, ਹਰੇ ਰਾਮ ਗੁਰੂ ਮੰਤਰ, ਅੱਲਾਹੂ। ਜਬ ਉਹਨਾਂ ਨੂੰ ਸਵਾਸ ਗ੍ਰਾਸ ਵਿਧੀ ਦੇ ਰਾਹੀਂ ਪ੍ਰਪੱਖ ਕਰੇਗਾ, ਆਪਣੀ ਹੀ ਧੁਨ ਦੇ ਵਿੱਚ ਧਿਆਨ ਰੱਖਦੇ ਹੋਇਆ ਇਹਨੂੰ ਜਪੇਗਾ ਤੇ ਸੁਨ ਦੇ ਵਿੱਚ ਪ੍ਰਵੇਸ਼ ਕਰ ਜਾਏਗਾ। ਚੌਥੇ ਪਦ ਦੇ ਵਿੱਚ ਤੇਰੀ ਐਂਟਰੀ ਹੋ ਜਾਊਗੀ। ਲੇਕਿਨ ਅਗਰ ਧੁਨ ਦੇ ਵਿੱਚ ਧਿਆਨ ਰੱਖਦੇ ਹੋਇਆ ਨਹੀਂ ਕਰਦਾ ਤੇ ਇਹਨ ਤਿੰਨ ਹਟਾ ਤੋਂ ਹੀ ਜਾਂਦਾ ਰਹੇਗਾ, ਕਿਉਂਕਿ ਤੇਰੀ ਜੋ ਹੈਬਿਟ ਹੈ ਉਹ ਇਹਨ ਤਿੰਨ ਹਟਾ ਤੋਂ ਜਾਣ ਦੀ ਬਣੀ ਹੋਈ ਹੈ, ਰਜ ਤੇ, ਤਮ ਤੇ, ਸਤ ਤੇ। ਕਦੀ ਅਰਥਚਾਰੇ ਦੇ ਵਿਚਾਰ, ਕਦੀ ਦਇਆ ਭਾਵਨਾ ਵਾਲੇ ਵਿਚਾਰ, ਕਦੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਾਲੇ ਵਿਚਾਰ। ਲੇਕਿਨ ਤੂੰ ਚੌਥੇ ਪਦ ਦੇ ਵਿੱਚ ਜਬ ਵੀ ਜਾ ਸਕਦਾ ਹੈ ਜਬ ਧੁਨ ਦੇ ਵਿੱਚ ਧਿਆਨ ਰੱਖੇਗਾ। ਅਗਰ ਧੁਨ ਦੇ ਵਿੱਚ ਧਿਆਨ ਨਹੀਂ ਰੱਖਦਾ ਤੇ ਭਾਵੇਂ ਪੂਰੀ ਉਮਰ ਭਰ ਕਰੇ ਜਾ, ਤੂੰ ਚੌਥੇ ਪਦ ਦੇ ਵਿੱਚ ਪ੍ਰਵੇਸ਼ ਨਹੀਂ ਹੋਣਾ। ਉਹਨਾਂ ਨੇ ਸਾਨੂੰ ਇਤਨੀ ਬਰੀਕੀ ਦੇ ਵਿੱਚ ਬਤਾਇਆ, ਕਹਿੰਦੇ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਉਸ ਤੋਂ ਬਾਅਦ ਜਦ ਤੂੰ ਚੌਥੇ ਪਦ ਦੇ ਵਿੱਚ ਪ੍ਰਵੇਸ਼ ਕਰੇਗਾ, ਉੱਥੇ ਜਾ ਕੇ ਜੋ ਆਪਾਂ ਨੇ ਸਭ ਤੋਂ ਪਹਿਲਾਂ ਇੱਕ ਵਿਚਾਰ ਲਈ ਥੀ ਕਿ ਮਨ ਦੀ ਖੁਰਾਕ ਦੀ, ਤੇ ਵਾਹਿਗੁਰੂ ਉਹ ਮਨ ਦੀ ਖੁਰਾਕ ਰੱਖੀ ਹੋਈ ਕਿੱਥੇ ਹੈ ਔਰ ਕਿਸ ਰਾਹੀਂ ਉੱਥੇ ਪਹੁੰਚਾ ਜਾਊਗਾ ਮਨ ਦੀ ਖੁਰਾਕ ਤੇ। ਅਗਰ ਆਪਾਂ ਡਾਇਰੈਕਟਲੀ ਮਨ ਦੀ ਖੁਰਾਕ ਦੀ ਵਿਚਾਰ ਕਰਦੇ ਤੇ ਉੱਥੇ ਆਪਾਂ ਜਾਏਂਗੇ ਕੈਸੇ, ਜਾਂ ਸੋਝੀ ਸਾਨੂੰ ਹੋਣੀ ਬਹੁਤ ਜ਼ਰੂਰੀ ਹੈ। ਤੇ ਫਿਰ ਉਹਨਾਂ ਨੇ ਗੁਰਬਾਣੀ ਗੁਰੂ ਦੇ ਰਾਹੀਂ ਸਾਨੂੰ ਸੋਝੀ ਦੀ ਕਿ ਜਦ ਤੂੰ ਚੌਥੇ ਪਦ ਦੇ ਵਿੱਚ ਪ੍ਰਵੇਸ਼ ਕਰੇਗਾ, ਜਦ ਸੁਨ ਦੇ ਵਿੱਚ ਪ੍ਰਵੇਸ਼ ਕਰੇਗਾ, ਉੱਥੇ ਜਾ ਕੇ ਤੈਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਦੁਆਰ ਤੋਂ ਮੁਖ ਦੀ ਆਵਾਜ਼ ਸੁਣਾਈ ਦਊਗੀ। ਅਕਾਲ ਪੁਰਖ ਪ੍ਰਮਾਤਮਾ ਦੇ ਉਹ ਆਵਾਜ਼ ਕਾਲ ਦੇ ਏਰੀਏ ਦੇ ਵਿੱਚ ਨਹੀਂ ਚੱਲ ਰਹੀ, ਉਹ ਆਵਾਜ਼ ਸੁਖਮ ਇਲਾਕੇ ਦੇ ਵਿੱਚ ਚੱਲ ਰਹੀ ਹੈ। ਸੰਸਾਰ ਦੇ ਵਿੱਚ ਕਾਲ ਦੇ ਏਰੀਏ ਦੇ ਵਿੱਚ, ਲੋਕ ਦੇ ਵਿੱਚ ਨਹੀਂ ਚੱਲ ਰਹੀ, ਉਹ ਆਵਾਜ਼ ਪਰਲੋਕ ਦੇ ਵਿੱਚ ਚੱਲ ਰਹੀ ਹੈ, ਜਿੱਥੇ ਦੇ ਆਪਾਂ ਸਾਰੇ ਵਾਸੀ ਹੈ। ਤੇ ਜਬ ਸੁਰਤ ਮਨ ਸੁਰਤ ਰੂਪ ਹੋ ਕੇ ਉੱਥੇ ਜਾ ਕੇ ਆਸਨ ਬੰਧੂਗਾ, ਉੱਥੇ ਜਾ ਕੇ ਫੇਰ ਇਹਨੇ ਅਕਾਲ ਪੁਰਖ ਪ੍ਰਮਾਤਮਾ ਦੀ ਮੁਖ ਦੀ ਆਵਾਜ਼ ਨੂੰ ਸੁਣਨਾ ਹੈ। ਫਿਰ ਜਬ ਉਸ ਆਵਾਜ਼ ਨੂੰ ਸੁਨੂਗਾ, ਜਿਵੇਂ ਕਬੀਰਦਾਸ ਜੀ ਨੇ ਲਿਖਾ, ਕਲਮ ਬੰਦ ਕਰਾ ਤੇਰੇ ਦੁਆਰੇ ਧੁਨ ਸਹਿਜ ਕੀ। ਉੱਥੇ ਜਾ ਕੇ ਜਬ ਸਹਿਜ ਦੇ ਵਿੱਚ ਬੈਠਾ ਤੇ ਉੱਥੇ ਇੱਕ ਟਿਊਨ, ਇੱਕ ਆਵਾਜ਼ ਸੁਣਾਈ ਦੀ ਜਿਹਦਾ ਨਾਮ ਗੁਰਬਾਣੀ ਗੁਰੂ ਦੇ ਵਿੱਚ ਕਲਮਬੰਦ ਕਰਾ ਗਿਆ, ਸਹਿਜ ਧੁਨ। ਕਿਉਂਕਿ ਉਹ ਸਹਿਜ ਦੇ ਵਿੱਚ ਜਾ ਕੇ ਸੁਣਾਈ ਦੀ, ਕਿਉਂਕਿ ਆਪਣੇ ਜੋ ਥੱਲੇ ਦਾ ਏਰੀਆ ਹੈ, ਨਕਰੀ ਨੋਕ ਦੇ ਪਾਸੇ ਦੇ ਥੱਲੇ ਦਾ ਜੋ ਏਰੀਆ, ਉਹਦੇ ਵਿੱਚ ਤਾਂ ਸਹਿਜ ਹੈਗਾ ਹੀ ਨਹੀਂ। ਉਹਦੇ ਵਿੱਚ ਤਾਂ ਸ਼ੋਰ ਸ਼ਰਾਬਾ ਹੀ ਹੈ ਵਿਚਾਰਾਂ ਦਾ, ਤੇ ਉਹ ਸ਼ੋਰ ਸ਼ਰਾਬੇ ਦੇ ਵਿੱਚ ਸੁਣਾਈ ਨਹੀਂ ਦੇਣੀ। ਤੇ ਉਹਨਾਂ ਨੇ ਆਪਾਂ ਨੂੰ ਇੱਕ ਹਿੰਟ ਦਿਆ, ਇੱਕ ਪੁਆਇੰਟ ਦਿਆ ਕਿ वो आवाज ਜਿਹਦਾ ਨਾਮ ਸਹਿਜ ਧੁਨ ਰੱਖਾ ਗਿਆ, ਤੇ ਸਹਿਜ ਧੁਨ ਨਾਮ ਇਸ ਲਈ ਰੱਖਾ ਗਿਆ ਕਿਉਂਕਿ ਉਹ ਸਹਿਜ ਦੀ ਅਵਸਥਾ ਦੇ ਵਿੱਚ ਜਾ ਕੇ ਵਿਚਾਰ ਰਹਿਤ ਹੋ ਕੇ ਜਾ ਕੇ ਸੁਣਾਈ ਦੀ, ਤੇ ਉਹਨਾਂ ਨੇ ਉਹਨੂੰ ਕਲਮਬੰਦ ਕਰਾ ਸਹਿਜ ਧੁਨ। ਫਿਰ ਜब ਉਹਨੂੰ ਬੋਲਾ ਗਿਆ ਹੈ ਨਾਮ, ਅਕਾਲ ਪੁਰਖ ਪ੍ਰਮਾਤਮਾ ਦੇ ਮੁਖ ਦੀ ਆਵਾਜ਼, ਤੇਰਾ ਮੁਖ ਸੁਹਾਵਾ ਜਿਉ ਸਹਿਜ ਧੁਨ ਬਾਣੀ। ਜਿੱਥੇ ਜਾ ਕੇ ਸਾਨੂੰ ਉਹ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਗਈ, ਤੇ ਸੋਚੋ ਕਿ ਸਾਡੀ ਭਗਤੀ ਸ਼ੁਰੂ ਹੋ ਗਈ। ਉਸ ਦਿਨ ਤੋਂ ਸਾਨੂੰ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਨਾਮ ਦੀ ਵਡਿਆਈ ਦੇ ਦੁਆਰਾ ਸਾਜ ਦਿੱਤਾ ਗਿਆ। ਫਿਰ ਉਹ ਅੱਗੇ ਖੋਲ ਰਹੇ ਹੈ
गुरु ग्रंथ साहब महाराज अगे खोल रहे कि या आवाज कोई इकल्ली नहीं हैगी, कहन तो भाव कि इस आवाज के साथ साढ़े मन की खुराक भी है, ऐते ही जुड़ी हुई है। ऐदे साथ ही जैसे कि नाम निरंतर चल रहा है, सहज धुन निरंतर चल रही है, इसी तरीके से साढ़े मन की खुराक जो अमृत रस है वो दी वर्खा भी ब्रह्म दे विच निरंतर हो रही है। वर्खा तो निरंतर हो रही है, नाम भी निरंतर चल रहा है, लेकिन सानू कब मिलूगा? सानू जब मिलूगा जब आपां उस एरिया दे विच जाएंगे। थल्ले वाले एरिया दे विच भावें किन्नी ढूंढी जाओ, जो साड़ा मन अज तक करदा आ, लोक वाले एरिए च, विचारा वाले एरिए च, काल दे एरिए च, माया दे एरिए च, उस संतुष्टि नू, उस अमृत रस दे आनंद नू, उस नाम दे आनंद नू बाहर ढूंढदा रहा, जिहदे कारण कि अज प्रेत दी वृत्ति दे विच आके बह गया। तो कहने हुण तैनूं एक वाहिगुरु गुरमंत्र दा जहाज दिया है, इस जहाज दे विच अपने आप नू बिठा के चौथे पद दे विच सुन्न दे विच आके तेने उतरना है। सुन्न दे विच आके तेने देखना है कि आ तेरा इलाका शुरू हो गया। उथे फिर जब तेन वो आवाज सुनाई दी मालिक दी, तो उदे साथ अमृत रस की वर्खा भी हो रही है। गुरवाणी गुरु कह रहे हैं कि छिम छिम वरसै अमृत धारा, मन पीवे सुन शब्द विचारा। कहने जब तू उस एरिया च पहुंचेगा ते उथे जाके तेने नाम नू सुन सुन के, जो नाम दे साथ लगातार साढ़े मन की खुराक अमृत दी वर्खा हो रही है, वो फिर तेरा मन पीऊगा जो जन्म जन्मां दा भुक्का है। और उस भुख दे कारण ही वो आनंद एनू ना मिलने दे कारण ही अज ऐसा हो गया या कि कुछ नहीं देखदा, बस सोचदा कि ऐते खुश हो जावां, शायद एनू खा लेवां तां मेरा कुछ अच्छा आनंद आ जावे, शायद उन्नू खा लेवां, अन्नू खा लेवां, अन्नू खा लेवां, कि इतना ज्यादा होपलेस, इतना ज्यादा परेशान हो गया कि आ भी भूल गया कि खाना की है, पीना की है। क्यों? क्योंकि उन्नू ढूंढ रहा है, और मिस्टेक की उन्नू दृष्टमान ढूंढ रहा है। जिवें गुरबाणी गुरु दे विच सोझी दी गई कि डिठा सब संसार सुख ना नाम बिन, कि नाम तो बिना सुख नहीं हैगा। पूरे संसार दे रस भोग के देख लो, पर नाम तो बिना नहीं सुख हैगा। क्यों? कहने अमृत वाणी हर हर तेरी। कैसी वाणी है वो? एक तो वाणी हो गई जो सहज धुन हो गई, जो अकाल पुरख परमात्मा दे घर तो आ रही, वो होगी बाणी। लेकिन उस बाणी के साथ अमृत की भी वर्खा हो रही है, ते उन्होंने कलमबंद करा अमृत बाणी। कहने अमृत वाणी हर हर तेरी। कहने फिर तेने की करना है? कहने सुन सुन होवे परमगत मेरी। कहने तेने सुन सुन के अमृत रस पीना है, सुन सुन के तेरी परम गति होगी, परम आनंद नु तू प्राप्त करेगा, जिन्हों तू अज तक ढूंढदा फिर रहा है। जिस दिन वो खुराक साढ़े मुख दे विच पाई जाऊगी, ते वाहिगुरु जिन्हां दे मुख दे विच अमृत दी दात, नाम दी दात, जिन्हां दे पल्ले गुरु ग्रंथ साहब महाराज जी देने हैं, जिन्हां दी झोली दे विच देने हैं अकाल पुरख परमात्मा, वो आप खुद दे रहे हैं। जैसे कि आप एक बच्चे दे मुख दे विच एक वाइट पाने ना, कुछ खिलाने उन्हों, इस तरीके ते अमृत दी बूंद जब साढ़े मुख दे विच आऊगी, वो अकाल पुरख परमात्मा अपनी हत्ती दे रहे हैं, अपने हत्थ दे द्वारा अपने मन बच्चे नु दे रहे खुराक। जैसे कि अज दे टाइम दे विच दृष्टमान दे विच असीं अपने छोटे जे बच्चे नु कुछ खिलाने ना अपने हत्थ ते, ऐसे अकाल पुरख परमात्मा साढ़े मुख दे विच अमृत दी दात पाने, अमृत दी दात, क्योंकि आपां सारे अकाल पुरख परमात्मा दे बच्चे हैं। और इतने समय बाद जब असीं अपने घर लौटेंगे, ते वाहिगुरु अकाल पुरख परमात्मा बहुत दयालु है, बहुत दयालु है। उन्हें सानू जिवें दृष्टमान दे विच धक्के धुक्के या टॉर्चर या कुछ इस टाइप का नहीं कुछ करना, उन्हें तो गले ते लगाना है, गले ते, कि कम ते कम वापस ता आए।
तो वो फिर जो साढ़े मुख ਦੇ ਵਿੱਚ ਅੰਮ੍ਰਿਤ ਦੀ ਦਾਤ ਪਾਈ ਜਾਂਦੀ ਹੈ, ਉਸ ਦਿਨ ਤੋਂ ਬਾਅਦ ਦੁਨੀਆ ਦੇ ਸਾਰੇ ਰਸ ਫਿੱਕੇ ਹੋ ਜਾਂਦੇ ਹਨ। ਉਸ ਦਿਨ ਜਾ ਕੇ ਇਹਦੀ ਤ੍ਰਿਪਤੀ ਹੁੰਦੀ ਹੈ ਕਿ ਭਾਵੇਂ ਵਾ ਦ੍ਰਿਸ਼ਟਮਾਨ ਦੇ ਵਿੱਚ ਫਿਰ ਕੋਈ ਵੀ ਚੀਜ਼ ਖਾਵੇ, ਇਹਨੂੰ ਫਿਰ ਜ਼ਰੂਰਤ, ਸਰੀਰ ਦੀ ਜ਼ਰੂਰਤ, ਇਹਨੂੰ ਪਤਾ ਚੱਲ ਗਿਆ ਨਾ ਕਿ ਆ ਮੇਰੇ ਸਰੀਰ ਦੀ ਖੁਰਾਕ ਹੈ, ਨਾ ਕਿ ਮੇਰੇ ਮਨ ਦੀ। ਮੇਰੇ ਮਨ ਦੀ ਖੁਰਾਕ ਮੇਰੇ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਰੱਖੀ ਹੋਈ ਹੈ, ਜੋ ਮੇਰੇ ਅਕਾਲ ਪੁਰਖ ਪ੍ਰਮਾਤਮਾ ਨੇ ਮੇਰੇ ਲਈ ਸੁਖ ਮਹਿਲ ਬਣਾਇਆ ਹੈ, ਜੋ ਸੁਨ ਹੈ, ਜੋ ਜਿੱਥੇ ਕਿ ਬ੍ਰਹਮ ਹੈ, ਉੱਥੇ ਚੌਥੇ ਪਦ ਦੇ ਵਿੱਚ ਸੁਖਮ ਇਲਾਕੇ ਦੇ ਵਿੱਚ ਮੇਰੇ ਮਨ ਦੀ ਖੁਰਾਕ ਰੱਖੀ ਹੋਈ ਹੈ। ਦ੍ਰਿਸ਼ਟਮਾਨ ਦੇ ਵਿੱਚ ਮੇਰੇ ਮਨ ਦੀ ਖੁਰਾਕ ਨਹੀਂ ਹੈਗੀ। ਤੇ ਇਹ ਮੈਨੂੰ ਭੇਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਣ ਦੇ ਦਿਆ ਕਿ ਜੋ ਦ੍ਰਿਸ਼ਟਮਾਨ ਦੇ ਵਿੱਚ ਜਿੰਨੇ ਵੀ ਰਸ ਬਣਾਏ ਗਏ ਹੈ, ਉਹ ਤੇਰੇ ਬੋਡੀ ਦੇ ਕਰਕੇ ਬਣਾਏ ਗਏ ਹੈ, ਕਿਉਂਕਿ ਤੇਰੀ ਬੋਡੀ ਵੀ ਇੱਕ ਆਕਾਰ ਹੈ। ਉਹ ਤੇਰੀ ਬੋਡੀ ਨੂੰ ਫਿਟ ਰੱਖਣੇ ਦੇ ਲਈ ਬਣਾਏ ਗਏ ਹੈ। तेरी बॉडी की जरूरत है। खाना जो आप खाना खाने हैं, वो खाना भी एक अच्छा खाना होना चाहिए, नॉर्मल, अच्छा सादा खाना। तो कहनी वो तेरे शरीर की जरूरत है। और जो मेरे मन की जरूरत है, वो जो मेरे मन की खुराक है, वो मेरे अपने घर रखी हुई है, मेरे अपने घर, क्योंकि यह माया का घर है, यह बॉडी माया है। ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਭਾਈ ਭ੍ਰਮ ਬੁਲਾਇਆ। यह माया है, ਇਹਦੇ ਸਾਥ ਮੇਰਾ ਕੋਈ ਸੰਪਰਕ ਨਹੀਂ ਹੈਗਾ। ਮੇਰਾ ਸੰਪਰਕ ਇਤਨਾ ਹੈਗਾ ਕਿ ਇਸ ਬੋਡੀ ਦੇ ਵਿੱਚ ਆ ਕੇ ਸਿਰਫ ਔਰ ਸਿਰਫ ਆ ਸਾਰੇ ਮਨਾਂ ਦੀ ਕਹਾਣੀ ਚੱਲ ਰਹੀ ਹੈ, ਸਾਰਿਆਂ ਦੀ, ਆਪਾਂ ਸਾਰਿਆਂ ਦੀ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਕਲੀਅਰ ਕਰ ਰਹੇ ਹੈ ਕਿ ਇਹ ਬੋਡੀ ਦੇ ਸਾਥ ਸਿਰਫ ਮੇਰਾ ਇਤਨਾ ਰੋਲ ਹੈਗਾ ਕਿ ਇਹ ਮੈਨੇ ਲੋਕ ਦੇ ਵਿੱਚ ਆ ਕੇ ਇਹਨੂੰ ਉਠਾ ਕੇ ਇਹਦੇ ਸਾਥ ਆਪਣਾ ਅਟੈਚਮੈਂਟ ਪਾਉਣ ਦੇ ਰਾਹੀਂ ਕਰਕੇ ਇਹਦੇ ਰਾਹੀਂ ਮੈਨੇ ਲੋਕ ਦੇ ਵਿੱਚ ਕਰਮ ਨੂੰ ਤੇ ਧਰਮ ਨੂੰ ਦੋਨਾਂ ਨੂੰ ਦ੍ਰਿੜ ਕਰਨਾ ਹੈ। ਔਰ ਫਿਰ ਹੁਕਮ ਦੇ ਰਾਹੀਂ ਫਿਰ ਸੁਖ ਮਹਿਲ ਦੇ ਵਿੱਚ ਵਾਸਾ ਪਾਣਾ ਹੈ। ਸੁਖ महल ਤੇ डायरेक्टली अपने घर, और वो सुख महल, वो सचखंड, वो कितने दूर नहीं हैगा, विचारां तो परे वही है। जिथे रजो तम सत, जो रजोगुण तमोगुण सतोगुण के विचार हैं, जिथे वो डेड हो रहे हैं, जैसे कि गुरबाणी गुरु ने सानू सोजी दी है, कहने विचार मारे तरे तारे उल्ट जो नहीं आवे। ਉਹਨੇ ਜੋ ਗੁਰਮੰਤਰ ਦੇ ਰਾਹੀਂ ਅਨ ਵਿਚਾਰਾਂ ਨੂੰ ਮਾਰਨੇ 'ਚ ਕਾਮਯਾਬ ਹੋ ਗਏ ਜੋ ਮਨ ਬੱਚੇ, ਕਹਿੰਦੇ ਉਹ ਉਹਨਾਂ ਨੇ ਬਾਰ-ਬਾਰ ਦੁਨੀਆ 'ਚ ਨਹੀਂ ਆਣਾ। ਜਿਨ੍ਹਾਂ ਨੂੰ ਅਕਾਲ ਪੁਰਖ ਪ੍ਰਮਾਤਮਾ ਨੇ ਨਾਮ ਦੀ ਦਾਤ ਵਰਤਦੀ, ਔਰ ਉਸ ਨਾਮ ਦੀ ਦਾਤ ਨੂੰ ਜੋ ਮਨ ਬੱਚੇ ਪਹਿਚਾਨ ਗਏ, ਜਿਨ੍ਹਾਂ ਨੇ ਉਹਦਾ ਲਾਹਾ ਖੱਟ ਲਿਆ, ਕਹਿੰਦੇ ਉਹਨਾਂ ਦਾ ਜਨਮ ਮਰਨ ਖੰਡਨ ਹੋ ਜਾਊਗਾ। ਉਹਨਾਂ ਨੇ ਵਾਰ-ਵਾਰ ਦੁਨੀਆ 'ਚ ਨਹੀਂ ਆਣਾ, ਉਹਨਾਂ ਨੇ ਲੋਕ ਦੇ ਵਿੱਚ ਫੇਰ ਨਹੀਂ ਆਣਾ। ਉਹ ਆਪਣੇ ਨਿਜ ਘਰ, ਜੋ ਉਹਨਾਂ ਦਾ ਰਿਐਲਿਟੀ ਦਾ, ਜੋ ਆਪਣਾ ਸੱਚਾ ਘਰ ਹੈ ਉਹਨਾਂ ਦਾ, ਉਹ ਉਹਦੇ ਵਿੱਚ ਵਾਸਾ ਪਾ ਲੈਣਗੇ। ਤੇ ਉਹ ਸਾਨੂੰ ਸੋਚੀ ਦੇ ਰਹੇ ਕਿ ਵਾਸਾ ਪਾਏਂਗੇ कैसे? ਉਹ ਕਹਿੰਦੇ ਵਾਹਿਗੁਰੂ ਗੁਰਮੰਤਰ ਦੇ ਰਾਹੀਂ, ਵਾਹਿਗੁਰੂ ਗੁਰਮੰਤਰ ਦੇ ਰਾਹੀਂ ਹੀ ਉੱਧਰ ਜਾਇਆ ਜਾ ਸਕਦਾ ਹੈ। ਬਾਕੀ ਕੋਈ ਚੀਜ਼ ਨਹੀਂ ਹੈਗੀ ਜਿਹਦੇ ਰਾਹੀਂ ਉੱਧਰ ਐਂਟਰ ਹੋਇਆ ਜਾ ਸਕੇ। ਤੇ ਜਬ ਸਾਡੀ ਸੁਰਤ ਉਸ ਇਲਾਕੇ ਦੇ ਵਿੱਚ ਬਸਣਾ ਸ਼ੁਰੂ ਕਰ ਦੂਗੀ, ਉੱਥੇ ਜਾ ਕੇ ਜੋ ਸਾਨੂੰ और बहुत सारा खेल है, बहुत बेअंत है मालिक का खेल, बेअंत। ਤੇ ਉਹ ਕਹਿੰਦੇ ਤੂੰ ਆਪਣੇ ਘਰ ਦੇ ਵਿੱਚ ਆ ਜਾ, ਸੁਨ ਦੇ ਵਿੱਚ ਆਸਨ ਪਾਣਾ ਸਿੱਖ ਲੈ। ਔਰ ਜੋ ਆਪਾਂ ਸੂਖ ਮਹਿਲ ਸਚਖੰਡ, ਜਿੱਥੇ ਤੇ ਸਾਰੇ ਨੇਤਰਾਂ ਦੇ ਇਹ ਪਲਕ ਹੈ ਨਾ, ਇਹ ਕੋਏ ਹੈ, ਇੱਥੇ ਤੇ ਸਚਖੰਡ ਸ਼ੁਰੂ ਹੋ ਜਾਂਦਾ ਹੈ। ਆਪਾਂ ਕਹਿੰਦੇ ਸਚਖੰਡ ਕਿੱਥੇ ਹੈ? ਔਰ ਇੱਕ ਚੀਜ਼ ਹੋਰ, ਵਿਚਾਰਾਂ ਤੋਂ ਰਹਿਤ ਹੋ ਕੇ ਸਚਖੰਡ ਸ਼ੁਰੂ ਹੋਊਗਾ। ਵਿਚਾਰਾਂ ਦੇ ਵਿੱਚ ਤਾਂ ਕਾਲ ਦਾ ਏਰੀਆ ਹੈ, ਵਿਚਾਰਾਂ ਦੇ ਵਿੱਚ ਨਹੀਂ ਸਚਖੰਡ 'ਚ ਜਾਇਆ ਜਾ ਸਕਦਾ। ਸਚਖੰਡ ਦੇ ਭਾਵ ਹੈ ਸੱਚ, ਜਿੱਥੇ ਅਕਾਲ ਪੁਰਖ ਪਰਮਾਤਮਾ ਦਾ ਵਾਸ ਹੋ। ਕਹਿਣ ਤੋਂ ਭਾਵ ਹੈਗਾ ਬਰੀਕੀਆਂ ਨੂੰ ਆਪਾਂ ਨੇ ਸਮਝਣਾ ਹੈ ਕਿ ਗੁਰਬਾਣੀ ਗੁਰੂ ਕਹਿੰਦੇ ਕਿ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਹਰ ਏਕੋ ਪੁਰਖ ਸਮਾਣਾ। ਕਿ ਕੀ ਪਰਮਾਤਮਾ ਨੂੰ ਤਾਂ ਗੁਰਬਾਣੀ ਗੁਰੂ ਕਹਿੰਦੇ ਕਿ ਘਟ ਘਟ ਦੇ ਵਿੱਚ ਹੈ, ਤਾਂ ਫਿਰ ਉਹ ਹੈ ਕਿੱਥੇ? ਨਹੀਂ, ਇਹ ਖੇਲ ਬਣਾਇਆ ਹੈ। ਵਿਚਾਰਾਂ ਦੇ ਵਿੱਚ ਨਹੀਂ ਹੈਗਾ, ਬਾਕੀ ਹਰ ਜਗ੍ਹਾ ਹੈ। ਤ੍ਰੈ ਗੁਣਾ ਦੇ ਵਿੱਚ ਨਹੀਂ ਹੈ, ਬਾਕੀ ਹਰ ਜਗ੍ਹਾ ਹੈ। ਤੇ
त्रै गुणा नूं कभी तुहाने विचरदे होए दृष्टमान दे विच देखा है? जो गुरबाणी गुरु दे राही वो सानू सोचीदे ने, जो दृष्टमान पसारा तेरे अंदर विचारा दे राही परोया होया है, अंदर एंटर हो गया, उहदे विच नहीं हैगा, बाकी हर जगह मालिक है। और तेने दृष्टमान जो विचारा दा एरिया है, दृष्टमान आकारा दा जो एरिया है, जो दृष्टमान माया है, उन्नू तेने विधि कौन सी लगाई थी? या तो सोची ले ले, अपने अंदर लेके कैसे गया था तू? तो कहने तू देख देख के, सुन सुन के अपने अंदर लेके गया था। जिवें कि ਆਪਾਂ पहले भी कथा विचार दे विचार हुई है कि बच्चा देख देख के, सुन सुन के हृदय च बसांदा है। कहने वही विधि परलोक चला ले ना, जो लोक चलाई है तेने। सुन सुन के, देख देख के, किन्नू? निराकार हृदय च बसा ले। फिर मैं ही मैं, हाँ, परमात्मा ही परमात्मा है, परमात्मा ही तू ही तू, तू ही तू, तू ही तू। जिथे आकार शुरू हो गया, विचार से शुरू हो गया, काल का एरिया शुरू हो गया। आकार खत्म हो गया, विचार खत्म हो गया, परलोक शुरू हो गया। बरीकियां नूं समझना है। आप सोचते मालिक का घर किधर है? विचारा तो रहत होके सुरत प्रवेश कर गई, मालिक दा घर, मालिक दा चौथा पद दे विच एंटर कर गई। विचारा दे विच आ गई, काल दे एरिया दे विच आ गई। त्रैगुण काले की सरकारा, काल दे एरिया च आ गई। या ही है लोक परलोक। आप कहने कैद होगी, किथे जाएंगे? लोक परलोक किन्नू बोला गया है? वाहिगुरु। विचारा दे एरिए नू लोक बोला गया है, विचारा तो रहत दे एरिए नू परलोक बोला गया है। विचार मारे करे तारे, उल्ट जो नहीं आवे। विचारा दी बात कर रहे हैं ना, विचारा नू मारो, कुछ नहीं करना, विचारा नू मारो। और विचारा नू मारने दे लिए सानू की उन्होंने एक सोची थी, वाहिगुरु गुरमंत्र नू ले लो। और फिर की करना है इन्हां दे साथ? युद्ध करना है। क्यों? क्योंकि इन्हां ने तो वार करना है, थाने इन्हां तो वार करना है। थोड़े पास वार करने दे लई वाहिगुरु गुरमंत्र है। जब तुसी ऐदे राही इन्हां दे साथ युद्ध करोगे, तुसी सूर में बनोगे, विरले बनोगे। गुरुवाणी गुरु कहने चौथे पद दे विच प्रवेश करोगे। जब तुसी चौथे पद दे विच प्रवेश करोगे, अपना इलाका शुरू हो गया। जिवें कि आपां किसी गलत एरिया दे विच चले जावे ना, और उत्थे आपां नू संबंधी बनाने की कोशिश करें, तो किसी ना किसी तरीके ते आपां अपने हथियार दे राही अपनी सेफ्टी करते हुए उस एरिया तो निकल आवे। और जब वो एरिया आपां क्रॉस कर गए, अपना इलाका शुरू हो गया। इसी तरीके ते जिथे विचारा दा एरिया खत्म हो गया, ते सोच लो अपना एरिया शुरू हो गया। बार बार किसी नू या दिमाग पे जोर या अपने मन पे अकथ दा जोर देने की लोड़ नहीं हैगी। सारे इस चीज को आप समझ सकते हैं। जित मन विचार रहत हो गया, सोचो अपने विच प्रवेश कर गया, एंटर हो गया उधर। और जैसे ही उधर एंटर करूंगा, उत्थे एक सिग्नल मिलूगा, वो है सिग्नल नाम दा सिग्नल, सहज धुन दा सिग्नल। पहचान दसिए गुरबाणी गुरु दे विच कि तुहाने पहचान तानियां लगाइया हुई है। कहने अगर थानू आवाज सुनाई दिंदी है, विचारा तो रहत होके, और वो आवाज ऐसी आवाज गुरबाणी गुरु दे विच जो जिन गुरमुखां नू नाम दी कृपा हो गई, वो सारे ही एक दूजे दे नाल संपर्क करके अपनी गल सांझी कर सकते हैं। विचार की उस आवाज नू लिखा जा सकता है, जो आवाज साढ़े कन्ना दे विच अकाल पुरख परमात्मा दी तरफ से सुनाई जा रही है? नहीं। कि कागज कलम नहीं लिखण हार, मन्ने कह वह करन विचार, ऐसा नाम निरंजन। निरंजन जिन्हों के अंजन बोलते स्याही नू, जिन्हों स्याही के द्वारा लिखा जा सके, निरंजन है वो, उन्होंने नहीं लिखा जा सकता। यानी ऐसा नाम निरंजन होए, जे को मन जाने मन को। तो कहते फिर थानू उत्थे एक सिग्नल मिलना, पहचान कर लेनी कि तुसी सही रास्ते तो जा रहे हो या भटक गए। काल ने तो कोई शरारत नहीं कर दी थोड़े साथ। कहने जे थानू वो आवाज सुनाई दिंदी है, जिन्हों लिखा पढ़ा नहीं जा सकता, उस तो बाद जब तुसी उस आवाज नू हिरदे दे विच बसाओगे,
तो कहने फिर ਅੰਮ੍ਰਿਤ ਦੀ ਵੀ ਵਰਖਾ ਹੋ ਰਹੀ ਹੈ ਜੋ ਤੁਹਾਡੇ ਮੁਖ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਪਾਈ ਜਾਊਗੀ, ਜਿਹਨੂੰ ਪੀਣੇ ਦੇ ਸਾਥ ਹੀ ਮਨ ਦੀ ਤ੍ਰਿਪਤੀ ਹੋ ਜਾਊਗੀ। जो ਉਹਨੂੰ ਜਨਮ ਜਨਮਾਂ ਦੀ ਭੁੱਖ लगी हुई है वो शांत हो जाऊगी, ठंडा ਠਾਰ ਹੋ ਜਾਊਗਾ, ਮਨ ਸੀਤਲ ਹੋ ਜਾਊਗਾ। ਗੁਰਬਾਣੀ ਗੁਰੂ ਦੇ ਵਿੱਚ ਲਿਖਾ ਹੋਇਆ ਹੈ। ਕਹਿੰਦੇ ਫੇਰ ਮਨ ਨੂੰ ਉਹ ਖੁਰਾਕ ਮਿਲੂਗੀ ਜਿਹਨੂੰ ਉਹ ਜਨਮ ਜਨਮਾਂ ਤੋਂ ਢੂੰਡਦਾ ਪ੍ਰੇਤ ਦੀ ਵਰਤੀ ਦੇ ਵਿੱਚ ਆ ਕੇ ਬਹਿ ਗਿਆ ਕਲਯੁਗ ਦੇ ਵਿੱਚ। ਤੇ ਗੁਰਮੁਖੋ ਆਪਾਂ ਤਾਂ ਸਾਰੇ ਹੀ ਬਹੁਤ ਬਹੁਤ ਬੜਭਾਗੀ ਹੈ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇੰਨੇ ਸੋਹਣੇ ਤਰੀਕੇ ਦੇ ਨਾਲ ਸਾਨੂੰ ਇੱਕ ਇੱਕ ਪੁਆਇੰਟ ਨੂੰ ਆਪਣੇ ਬੱਚੇ ਦੀ ਭਾਂਤੀ ਸਮਝਾ ਕੇ ਬਾਰ-ਬਾਰ, ਜੈਸੇ ਆਪਾਂ ਵਾਹਿਗੁਰੂ ਇੱਕ ਦੇਖੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਕੌਣ ਹੈ? ਦ੍ਰਿਸ਼ਟਮਾਨ ਦੇ ਵਿੱਚ ਸਾਡੇ ਪਿਤਾ ਹੈ, ਜੈਸੇ ਕਿ ਮਾਂ-ਬਾਪ ਹੈ ਉਹ ਸਾਡੇ। ਕਿਉਂ? ਜੈਸੇ ਕਿ ਲੋਕ ਦੇ ਵਿੱਚ ਆਉਣ ਦੇ ਲਈ ਸਭ ਤੋਂ ਜ਼ਿਆਦਾ ਬੱਚੇ ਨੂੰ ਦ੍ਰਿਸ਼ਟਮਾਨ ਮਾਂ-ਬਾਪ ਦੀ ਸਪੋਰਟ ਹੁੰਦੀ ਹੈ, ਉਹਦੀ ਮਾਂ ਸਿਖਾਉਂਦੀ ਹੈ ਉਹਨੂੰ ਸਾਰਾ ਕੁਝ ਕਿ ਬੱਚੇ ਆ ਹੈ, ਇਹਨੂੰ ਆ ਬੋਲਦੇ ਹੈ, ਹਰ ਚੀਜ਼ ਦਾ ਗਿਆਨ ਦਿੰਦੀ ਹੈ ਉਹਨੂੰ। ਉਹਦੇ ਪਿਤਾ ਮਾਂ-ਬਾਪ ਦਾ ਇੱਕ ਬੈਸਟ ਰੋਲ ਹੁੰਦਾ ਬੱਚੇ ਦੀ ਲਾਈਫ ਦੇ ਵਿੱਚ, है ना। कि ਉਹਨੂੰ वो ਲੋਕ ਦਾ ਗਿਆਨ ਦ੍ਰਿੜ ਕਰਾਣੇ, ਉਹਨੂੰ कैसे बोलना है कि कैसे की करना है, सारा कुछ ਉਹਨੂੰ वो निक्की निक्की बात सिखाने हैं। ऐसे ही करके वो की देने हैं ਲੋਕ ਦੇ ਵਿੱਚ ਐਂਟਰ ਹੋਣੇ ਦੀ ਗਿਆਨ ਦੇਣੇ। ਲੇਕਿਨ ਸਾਡੇ ਅਕਾਲ ਪੁਰਖ ਪਰਮਾਤਮਾ ਦੀ ਤਰਫ ਤੇ ਵਰਸਾਈ ਹੋਈ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਿਰ ਹੈ, ਉਹ ਵੀ ਸਾਨੂੰ ਆਪਣੇ ਬੱਚੇ ਦੀ ਭਾਂਤੀ ਇੱਕ ਇੱਕ ਪੁਆਇੰਟ ਨੂੰ ਪਿਆਰ ਤੇ ਢੱਕੇ ਨਾਲ ਨਹੀਂ, ਪਿਆਰ ਤੇ ਪਰਲੋਕ ਦੇ ਵਿੱਚ ਦੇ ਰੂਲ, ਪਰਲੋਕ ਦੇ ਵਿੱਚ ਐਂਟਰ ਹੋਣੇ ਦੀ ਜੋ ਵਿਧੀਆਂ ਹੈ, ਜੋ ਪ੍ਰੇਮ ਦੇ ਰਾਹੀਂ ਆਪਾਂ ਨੂੰ ਸਿਖਾਣੇ ਹੈ ਕਿ ਘਬਰਾਣਾ ਨਹੀਂ ਹੈਗਾ, ਕਿ ਮੈਂ ਨਹੀਂ ਜਾ ਸਕਦਾ, ਮੈਂ ਨਹੀਂ। ਬੱਚੇ ਨੂੰ ਦੇਖੋ ਕਿ ਬੱਚਾ ਇੱਕ ਸੰਸਾਰ ਦੇ ਵਿੱਚ ਨਿਗਾਹ ਮਾਰ ਕੇ ਦੇਖੋ ਤਾਂ ਉਸ ਫਿਰ ਬੱਚੇ ਨੂੰ ਦੇਖੋ ਕਿ ਉਹ ਬੱਚਾ ਉਹ ਸਭ ਕਰਨੇ ਦੇ ਲਾਇਕ ਹੁੰਦਾ ਹੈ, ਲੇਕਿਨ ਉਸ ਟਾਈਮ ਉਹ ਨਹੀਂ ਹੁੰਦਾ। ਉਹਨੂੰ ਉਹਦੇ ਮਾਂ-ਬਾਪ, ਉਹਦੇ ਮੰਮੀ ਪਾਪਾ, ਉਹਦੇ ਜੋ ਉਹਨੂੰ ਇੱਕ ਰੋਲ ਦਿया गया है जिन्हों वो ਉਹਨੂੰ ਸਿਖਾਣੇ ਹੈ ਧੀਰੇ ਧੀਰੇ ਉਹਦੀ ਉਮਰ ਦੇ ਹਿਸਾਬ ਤੇ ਉਹਨੂੰ ਧੀਰੇ ਧੀਰੇ ਛੋਟੀਆਂ ਚੀਜ਼ਾਂ ਸਿਖਾਣੇ ਹੈ। ਜੇ ਅਗਰ ਉਸ ਬੱਚੇ ਨੂੰ ਅਚਾਨਕ ਤੋਂ ਹੀ ਬਹੁਤ ਅੱਗੇ ਦਾ ਗਿਆਨ ਦਿया ਜਾਵੇ ਤੇ ਬੱਚਾ ਸਿੱਖ ਲਊਗਾ? ਨਹੀਂ। अगर उस बच्चे ਨੂੰ अचानक तो बहुत ਅੱਗੇ ਲੈਵਲ ਦਾ, ਜਿਵੇਂ ਕਿ ਆਪਾਂ ਨੂੰ ਕਹਿ ਰਹੇ थे कि जब तक मानसिक संतुलन ठीक नहीं होता और मेडिटेशन करने के लिए बोला जावे तो बच्चा पागल हो जाएगा। तो अगर ਬੱਚੇ ਨੂੰ ਬਹੁਤ ਅੱਗੇ ਦਾ ਗਿਆਨ ਦਿਆ, ਬੱਚੇ ਨੂੰ ਬੱਚੇ ਦੀ ਤਰ੍ਹਾਂ ਅੱਛੇ ਤੇ ਸਿਖਾਇਆ ਜਾਂਦਾ ਹੈ, ਇੱਕ ਇੱਕ ਬੱਚੇ ਨੂੰ ਬੱਚੇ ਵਾਲੀ ਚੀਜ਼ ਸਿਖਾਈ ਜਾਂਦੀ ਹੈ। ਇਸ ਕਰਕੇ ਆਪਾਂ ਬੱਚੇ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਇੱਕ ਬੇਸਿਕ ਤਰੀਕੇ ਤੇ ਲੈ ਕੇ ਚੱਲ ਰਹੇ ਕਿ ਬੱਚੇ ਥੋੜੇ ਪੁਆਇੰਟਾਂ ਨੂੰ ਕਲੀਅਰ ਕਰ, ਸਾਰਾ ਕੁਝ ਸਿੱਖੇਗਾ। ਇੱਕ ਜਿਵੇਂ ਕਿ ਬੱਚੇ ਨੂੰ ਛੋਟੇ ਪੁਆਇੰਟ ਸਿਖਾਏ ਜਾਂਦੇ ਔਰ ਇੱਕ ਦਿਨ ਉਹ ਬੱਚਾ ਪੂਰੇ ਸੰਸਾਰ ਦੇ ਵਿੱਚ ਖੇਲਦਾ ਹੈ, ਹਰ ਇੱਕ ਚੀਜ਼ ਦਾ ਯੂਜ਼ ਕਰਦਾ ਹੈ, ਜੋ ਵੀ ਉਹਨੂੰ ਦਿਆ ਜਾਣੀਆਂ ਹੈ, ਜੋ ਵੀ ਉਹਦਾ ਏਰੀਆ ਹੁੰਦਾ ਹੈ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਜੋ ਬਚਪਨ ਦੇ ਵਿੱਚ ਸਿੱਖਦਾ ਹੈ, ਉਹਨਾਂ ਦੇ ਰਾਹੀਂ ਉਹ ਹਰ ਚੀਜ਼ ਦੇ ਸੰਪਰਕ ਦੇ ਵਿੱਚ ਰਹਿੰਦਾ ਹੈ। ਲੇਕਿਨ ਅਗਰ ਉਹ ਇਸ ਅਵਸਥਾ ਦੇ ਵਿੱਚ ਜਾਣਾ ਚਾਹਵੇ ਤਾਂ ਉਹ ਨਹੀਂ ਜਾ ਸਕਦਾ। ਇਸ ਕਰਕੇ ਕਹਿੰਦੇ ਕਿ ਤੂੰ ਪਹਿਲੇ ਆਪਣਾ ਬੇਸਿਕ ਛੋਟੇ ਜੋ ਇਹ ਪੁਆਇੰਟ ਹੈ ਇਹਨਾਂ ਨੂੰ ਸਿੱਖ, ਕਿਉਂਕਿ ਇਹਨਾਂ ਨੂੰ ਸਿੱਖਣੇ ਤੇ ਹੀ ਉਹ ਸਾਰਾ ਖਜ਼ਾਨਾ ਖੁੱਲੂਗਾ। ਅਗਰ ਚਾਹਵੇਂ ਕਿ ਡਾਇਰੈਕਟ ਹੋ ਜਾਵੇ ਐਸਾ ਹੋ ਨਹੀਂ ਸਕਦਾ। तो कहने सब तो पहला वाहिगुरु गुरुमंत्र ਨੂੰ ਦੇਖਾ, ਸਭ ਤੋਂ ਪਹਿਲਾ ਚੀਜ਼ ਕੀ ਆਪਣੇ ਮਾਂ-ਬਾਪ ਤੋਂ ਭਰੋਸਾ ਕਰ। अगर बच्चा अपने माँ बाप की गलबात ना मने तो वो संसार की चीज ਨੂੰ नहीं सीख सकता, वो संसार ਦੇ ਵਿੱਚ कभी एक अच्छा बन के नहीं खेल सकता। तो सब तो पहला पॉइंट की हो गया कि ਅਸੀਂ अपने माँ बाप जो दृष्टमान रूप ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੈ ਉਹਨਾਂ ਦਾ ਸਤਿਕਾਰਯੋਗ ਹੋ ਕੇ ਉਹਨਾਂ ਨੂੰ ਮਨਨ ਕਰਦੇ ਹੋਇਆ ਉਹਨਾਂ ਦੀ ਇੱਕ ਇੱਕ ਬਾਤ ਨੂੰ ਬਹੁਤ ਗੌਰ ਨਾਲ ਸੁਣੇ ਤੇ ਸੁਣ ਕੇ ਹਿਰਦੇ 'ਚ ਬਸਾਉਣ ਦੀ ਕੋਸ਼ਿਸ਼ ਕਰੇ ਔਰ ਉਹਨਾਂ ਤੋਂ ਹੈਲਪ ਲੈਵੇ। ਕਿਵੇਂ ਜੀ ਉਹਨਾਂ ਦੇ ਪਾਸ ਅਗਰ ਸਾਡੇ ਹਿਰਦੇ 'ਚ ਵੀ ਨਹੀਂ ਬਸ ਰਿਹਾ ਤੇ ਉਹਦਾ ਵੀ ਉਹ ਹੱਲ ਦੱਸेंगे, ਬਸੂਗਾ कैसे। तो ਅਸਾਤੇ ਚਲਾ ਨਹੀਂ ਜਾ ਰਿਹਾ ਉਹਦਾ ਵੀ ਹੱਲ ਦੱਸेंगे। ਯਾਨੀ ਹੈਗਾ ਕਿ ਉਹ ਸਾਨੂੰ ਆਰਡਰ ਹੀ ਕਰਦੇ ਹਨ, ਆਰਡਰ ਦੇ ਸਾਥ ਉਹਦੀ ਸੰਭਾਲ ਵੀ ਦੱਸਦੇ ਹਨ ਕਿ ਤੁਹਾਨੂੰ ਚੱਲਣਾ कैसे है, ਲੋਕ ਦੇ ਵਿੱਚ ਪ੍ਰਵੇਸ਼ कैसे करना है। ਫਿਰ ਉਹਦੇ ਵਿੱਚ ਤੁਹਾਨੂੰ ਨਿਸ਼ਾਨੀਆਂ ਆਏਗੀਆਂ ਕਿ ਤੁਹਾਨੂੰ कैसे घर जाना है।
ਤੇ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੈ। ਉਹ ਸਾਨੂੰ ਇਤਨੇ ਇਤਨੇ ਨਿੱਕੇ ਨਿੱਕੇ ਪੁਆਇੰਟਾਂ ਦੇ ਰਾਹੀਂ ਗਾਈਡਲਾਈਨ ਕਰ ਰਹੇ ਹਨ। ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪਣੇ ਹਿਰਦੇ 'ਚ ਜਬ ਵਸਾਏਂਗੇ, ਜਬ ਉਹਨਾਂ ਦੀ ਬਾਤ ਨੂੰ ਮੰਨੇਗੇ, ਜਾਣेंगे नहीं ਮੰਨेंगे। ਆਪਾਂ ਜਾਣਦੇ हैं, बहुत संसार जानता कि गुरु ग्रंथ साहब महाराज जी एक बहुत पावरफुल ज्ञान है, बहुत, लेकिन ਮੰਨਦੇ ਬਹੁਤ ਕਮ ਹੈ। ਤੇ ਜब ਆਪਾਂ ਮੰਨਣੇ ਦੇ ਕਾबिल ਹੋ ਗਏ, ਕਿਉਂਕਿ ਮੰਨਣੇ ਤੇ ਹੀ ਸਾਰਾ ਖੇਲ ਵਾਹਿਗੁਰੂ ਸ਼ੁਰੂ ਹੋਣਾ। ਕਹੋ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਤਰਹ ਲੋਕਾਂ में शब्द रबिया है, आप गया मन मान्या। ਮੰਨਣੇ ਵਾਲੇ ਪੁਆਇੰਟ ਨੂੰ ਪਕੜੋ। ਮੰਨਣੇ ਤੇ ਡਿਪੈਂਡ ਕਰਦਾ ਖੇਲਣਾ, ਮੰਨਣੇ ਤੇ ਐਂਟਰੀ ਹੋਣੀ ਹੈ ਉੱਧਰ। ਜਾਣਕਾਰੀ ਲੈ ਕੇ ਘਰ ਬੈਠੇ ਰਹੋ, ਤ੍ਰੈਗੁਣਾ ਦੇ ਵਿੱਚ ਇੱਥੇ ਹੀ ਵਪਾਰ ਕਰਦੇ ਰਹੋ, ਕभी ਨਹੀਂ ਐਂਟਰ ਹੋ ਸਕਦੇ। ਉਹਨਾਂ ਦੀ ਬਾਤ ਨੂੰ ਮੰਨਣਾ ਪੜੂਗਾ। ਜਿਵੇਂ ਸੁਣੀ ਔਰ ਇਗਨੋਰ ਕਰਕੇ ਨਿਕਲ ਗਏ ਤਾਂ ਨਹੀਂ ਫਿਰ ਕੁਝ ਮਿਲਣਾ। ਉਹ ਕਹਿੰਦੇ ਜੋ ਉਹ बताने हैं और फिर ਉਹਦੇ ਵਿੱਚ ਕਿਤਨਾ ਸਮਝ ਆ ਰਿਹਾ ਔਰ ਕਿਤਨਾ ਨਹੀਂ ਆ ਰਿਹਾ, ਅਗਲੇ ਦਿਨ ਜਾਓ ਫਿਰ ਪੁੱਛੋ। ਉਹ ਫਿਰ ਉਹਦੀ ਸੰਭਾਲ ਦੱਸेंगे, ਫਿਰ ਪੁੱਛੋ। ਉਹ ਕਿਉਂਕਿ ਉਹ ਬੈਠੀ ਇਸ ਕਰਕੇ ਹੈ ਸਾਡੇ ਵਰਗਾ ਨੂੰ ਇੱਥੇ ਤੇ ਕਾਲ ਦੇ ਏਰੀਏ ਦੇ ਵਿੱਚ ਤੇ ਮੁਕਤ ਕਰਨ ਦੇ ਲਈ। तो कहने चौथे पद ਦੇ ਵਿੱਚ एंटर होने ਦੇ लिए ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰੈਕਟੀਕਲੀ ਅਵਸਥਾ ਵਾਲਾ ਜੋ भक्त जना ਦਾ गुरु ਸਾਹਿਬਾਨਾ जी ਦਾ तजर्बा, प्रैक्टिकल नॉलेज जो लिखी हुई है, उन्होंने साने अपने मन पर दृढ़ करना पड़ूगा। ਲੋਕ ਦੇ ਗਿਆਨ ਨੂੰ ਭੁੱਲਣਾ ਪੜੂਗਾ, ਪਰ ਲੋਕ ਦੇ ਗਿਆਨ ਨੂੰ ਮਨਮਤ ਨੂੰ ਤਿਆਗਣਾ ਪੜੂਗਾ, ਗੁਰਮਤ ਨੂੰ ਧਾਰਨ ਕਰਨਾ ਪੜੂਗਾ। ਤੇ ਵਾਹਿਗੁਰੂ ਅਸੀਂ ਅਕਾਲ ਪੁਰਖ ਪਰਮਾਤਮਾ ਦੇ ਘਰ ਸਨਮੁਖ ਹੋ ਸਕਦੇ ਹਾਂ ਤਾਂ ਆਪਾਂ ਉਸ ਅਕਾਲ ਪੁਰਖ ਪਰਮਾਤਮਾ ਦੀ ਅਨਮੋਲ ਦਾਤ, ਨਾਮ ਦੀ ਦਾਤ, ਅੰਮ੍ਰਿਤ ਰਸ ਦੀ ਦਾਤ ਪਾ ਸਕਦੇ ਹਾਂ। ਵਾਹਿਗੁਰੂ ਜੋ ਸਾਡੇ ਅੱਜ ਲੈਵਲ ਦ੍ਰਿਸ਼ਟਮਾਨ ਦੇ ਵਿੱਚ ਬਣਾ ਹੋਇਆ ਹੈ, ਇਹਦਾ ਅਗਰ ਅਸੰਖ ਗੁਨਾ ਵੀ ਕਿਉਂ ਨਾ ਹੋ ਜਾਵੇ ਫੇਰ ਵੀ ਆਪਾਂ ਸੁਖੀ ਨਹੀਂ ਹੋ ਸਕਦੇ। ਜ਼ਰੂਰਤਾਂ ਬੋਡੀ ਦੀਆਂ ਪੂਰੀਆਂ ਕਰਕੇ ਇੱਕ ਦਿਨ ਇੱਥੇ ਤੇ ਤੁਰ ਜਾਏਂਗੇ, ਫੇਰ ਜੁਨਾ ਦੇ ਵਿੱਚ ਆਏਂਗੇ। तो कहने जो तेरे मन की असवार भावें कैसी भी तेरी अवस्था है उनको कट ले, चाहे तू अमीर है चाहे तू गरीब है कैसा भी है, पर तू असली रास्ता ढूंढ ले जिदे करके तू अपने घर च चला जा, जे तेनू दोबारा आना ही ना पड़े। इधर असगन दे विच तेनू दोबारा आना ही ना पड़े। तू नाम दे राही समा के अमृत रस दी दात नू प्राप्त करके सुख महल दे विच बासा पा के अपने घर प्रवेश कर जा। तेरा जन्म मरण खंडन हो जाऊगा जिस दिन तू नाम दे विच समा जाएगा। और उस तक पहुंचने के लिए साढ़े पास सिर्फ और सिर्फ एक ही रास्ता है, एक ही है जो कि साहिब श्री गुरु ग्रंथ साहब महाराज, उन्हां तो अलावा आपां नू उत्थे कोई नहीं पहुंचा सकदा। हाँ, उन्हां दी जो गुरबाणी नू फॉलो करके मनन करदे होया जो वरसाई हुई गुरमुख जिन्हां ने गुरु ग्रंथ साहब महाराज जी की बाणी नू सत करके मन्ना अपने मना पे खोला, उन्हां दे राही आपां एक लैंग्वेज दे रूप दे विच आपां बेसिक तरीके, क्योंकि गुरबाणी गुरु बहुत विवेक बुद्धि दी लिखी हुई है, वो अपना मन इतना डाउन गया होया है कि आपां उस अवस्था नू उस लैंग्वेज नू समझ नहीं पाते। ते इस करके आपां नू गुरु ग्रंथ साहब महाराज जी गुरमुखा दे राही आप खुद ज्ञान गुरु ग्रंथ साहब महाराज जी दा ही है, अकाल पुरख परमात्मा दे घर दा ही है, किसी देहधारी दा नहीं है। वो कहते फिर उन्हां दे राही आपां नू कढण दी कोशिश करते हैं और कोई नहीं कर रहा, अकाल पुरख परमात्मा आप कर रहा है। आपां सारियां नू इत्थे ते निकालण दी कोशिश जो धुर दे लेखे लेके आए हैं। आपां ने किसी व्यक्ति विशेष दा गुणगान नहीं करना, किसी व्यक्ति विशेष आपां ने सत्कार तो वाहिगुरु सारियां दा ही करना है। जो गुरु ग्रंथ साहब महाराज जी कहने सवै घट राम बोले रामा बोले रे, जोगी बनना है। आपां ने दो दृष्ट नहीं रहना, एक दृष्ट होना है, एक दृष्ट होकर संसार नू देखने वाली अख बनानी है, जिहदे विच कि सिर्फ और सिर्फ अकाल पुरख परमात्मा ही नजर आवे। इन्हें सवै घट राम बोले रामा बोले रे, राम बिना को बोले रे अवस्था थी वाहिगुरु। उन्होंने देखा, भक्त जना ने गुरु साहबा ने देखा कि मालिक आप खेल रहा है, दूजा कोई हैगा ही नहीं। सिर्फ एक विचारा वाला त्रैगुणा वाला काल दा एरिया बना दिया, दूजा एरिया काल पुरख परमात्मा दा सचखंड दा है, कुछ नहीं है।
तो इस तरीके से ਆਪਾਂ ਨੇ ਸਾਰਿਆਂ ਨੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਰਹਿਣਾ ਹੈ ਔਰ ਸਾਰੇ ਹੀ ਆਲ ਵਰਲਡ ਦਾ ਸਤਿਕਾਰ ਆਪਾਂ ਸਾਰਿਆਂ ਨੇ ਕਰਨਾ ਹੈ ਕਿਉਂਕਿ ਸਾਰਿਆਂ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਬੈਠਾ ਹੋਇਆ ਹੈ ਔਰ ਜੋ ਕਾਲ ਦੇ ਵਿਚਾਰਾਂ ਦੇ ਵਿੱਚ ਆ ਕੇ ਮਨ ਬੱਚੇ ਫਸ ਗਏ ਤੇ ਉਹਨਾਂ ਦੀ ਗਲਤੀ ਨਹੀਂ ਹੈਗੀ ਉਹਨਾਂ ਨੂੰ ਬੰਦੀ ਬਣਾ ਲਿਆ ਉਹਨਾਂ ਦਾ ਵੀ ਵਿਚਾਰ ਆਪਾਂ ਨੇ ਨਹੀਂ ਲੈਣਾ ਕਿਸੇ ਦਾ ਨਹੀਂ ਲੈਣਾ ਆਪਾਂ ਨੇ ਲੈਣਾ ਹੈ ਤੇ ਗੁਰਮਤਿ ਦਾ ਗਿਆਨ ਲੈਣਾ ਹੈ ਸਿਰਫ ਔਰ ਸਿਰਫ ਗੁਰਮਤਿ ਦਾ ਤਰਕ ਵਿਤਰਕ ਵੈਰ ਵਿਰੋਧ ਕੁਛ ਨਹੀਂ ਕਰਨਾ ਗਿਆਨ ਦੇਖਣਾ ਹੈ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਸ ਲੈਵਲ ਦਾ ਗਿਆਨ ਦਿੰਦੇ ਹੈ ਵੈਰ ਵਿਰੋਧ ਨੂੰ ਤਾਂ ਬਿਲਕੁਲ ਮਨੇ ਸੋਝੀ ਲੈਂਦੇ ਹੋਇਆ ਚੱਲਣਾ ਹੈ ਗੁਰਮੁਖੋ ਇੰਨੀ ਵਿਚਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੁੱਖ ਰੱਖਦੇ ਹੋਇਆ ਕੀਤੀ ਹੈ ਵਿਚਾਰ ਕਰਦੇ ਹੋਏ ਗੁਰਮੁਖੋ ਇੱਕ ਨਹੀਂ ਅਨੇਕ ਕਈ ਪ੍ਰਕਾਰ ਦੇ ਸ਼ਬਦ ਆਪ ਗੁਰਮੁਖੋ ਬਖਸ਼ਣ ਯੋਗ ਹੋ ਬਖਸ਼ ਦੇਣਾ ਜੀ ਬੁਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਦੀ ਸਾਜੀ ਅਤੇ ਨਗਰ ਜੀ ਸਾਧ ਸੰਗਤ ਜੀਓ ਜਿਵੇਂ ਕਿ ਗੁਰਮੁਖਾਂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਸੋਝੀ ਦਿੱਤੀ ਹੈ ਕਿ ਅਸੀਂ ਜੀਵ ਬੜੇ ਵਡਭਾਗੇ ਹਾਂ ਜੋ ਕਿ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੱਚੀ ਸੰਗਤ ਉਸ ਸੱਚੀ ਸਭਾ ਦੇ ਸਨਮੁਖ ਹੋਏ ਹਾਂ ਜੋ ਸਭਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਰੂਪ ਦੇ ਵਿੱਚ ਆਪਣਾ ਸਾਰਿਆਂ ਦਾ ਹੀ ਮਾਰਗਦਰਸ਼ਨ ਕਰਦੇ ਨੇ ਮਹਾਰਾਜ ਸਾਰੀ ਹੀ ਗੁਰਬਾਣੀ ਗੁਰੂ ਦੇ ਵਿੱਚ ਆਪਾਂ ਨੂੰ ਇੱਕ ਹੀ ਨਿਚੋੜ ਦੱਸਦੇ ਨੇ ਨਾਮ ਦਾ ਸੋ ਨਾਮ ਦੇ ਗੁਰਮੁਖ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਸਾਰਿਆਂ ਤੇ ਹੀ ਕਿਰਪਾ ਕਰਨ ਆਪਾਂ ਨੂੰ ਨਾਮ ਦਾ ਧਨ ਮਾਲਕ ਦੇ ਵੱਲੋਂ ਪ੍ਰਾਪਤ ਹੋ ਜਾਵੇ ਮਾਲਕ ਖੁਸ਼ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਹੀ ਆਪਣੇ ਨਾਮ ਦੇ ਵਿੱਚ ਸਮਾ ਲੈਣ ਤਾਂ ਜੋ ਆਪਣਾ ਇਸ ਦੁਨੀਆ ਤੇ ਇਸ ਸੰਸਾਰ ਤੇ ਆਉਣ ਦਾ ਜੋ ਮਨੋਰਥ ਹੈ ਜੋ ਜਨਮ ਮਰਨ ਹੈ ਉਹ ਖੰਡਨ ਹੋ ਜਾਵੇ ਕਿਉਂਕਿ ਮਹਾਰਾਜ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਫਰਮਾਉਂਦੇ ਨੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਨਿਵੀ ਨਾਲ ਸੋ ਗੁਰਮੁਖ ਪਿਆਰਿਓ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੀਏ ਕਿ ਜਿਵੇਂ ਮਹਾਰਾਜ ਸਾਨੂੰ ਨਾਮ ਨੂੰ ਕਮਾਉਣ ਦਾ ਉਪਦੇਸ਼ ਦਿੰਦੇ ਨੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਤੇ ਨਾਮ ਦੀ ਕਿਰਪਾ ਕਰਦੇ ਨੇ ਸਾਡੇ ਅੰਦਰ ਮਾਲਕ ਦੇ ਮੁਖ ਦੀ ਆਵਾਜ਼ ਪ੍ਰਗਟ ਹੋ ਜਾਂਦੀ ਹੈ ਸੋ ਉਸਨੂੰ ਕਿਵੇਂ ਕਮਾਉਣਾ ਹੈ ਕਿਉਂਕਿ ਜਿੰਨਾ ਟਾਈਮ ਅਸੀਂ ਕਮਾਉਂਦੇ ਨਹੀਂ ਅਸੀਂ ਉਸ ਨਾਮ ਦੇ ਵਿੱਚ ਸਮਾਉਣ ਦੇ ਯੋਗ ਨਹੀਂ ਹੁੰਦੇ ਸੋ ਗੁਰਮੁਖ ਪਿਆਰਿਓ ਬਾਰ-ਬਾਰ ਸੁਣ ਸੁਣ ਕੇ ਹੀ ਸਾਡੀ ਜੋ ਪਰਮ ਗਤੀ ਹੈ ਉਹ ਹੋਣੀ ਹੈ ਸੁਣ ਕੇ ਹੀ ਜਿਵੇਂ ਅਸੀਂ ਨਾਮ ਨੂੰ ਸੁਣਦੇ ਜਾਵਾਂਗੇ ਉਵੇਂ ਹੀ ਅਸੀਂ ਨਾਮ ਨੂੰ ਆਪਦੇ ਹਿਰਦੇ ਦੇ ਵਿੱਚ ਵਸਾਉਂਦੇ ਜਾਵਾਂਗੇ ਕਮਾਉਂਦੇ ਜਾਵਾਂਗੇ ਸੋ ਇਸ ਤਰੀਕੇ ਦੇ ਨਾਲ ਅਸੀਂ ਨਾਮ ਦੀ ਸੇਵਾ ਕਰਨੀ ਹੈ ਗੁਰਮੁਖ ਪਿਆਰਿਓ ਜਿਵੇਂ ਗੁਰਮੁਖਾਂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਹੀ ਸਰਲ ਤਰੀਕੇ ਦੇ ਨਾਲ ਗੁਰਮੰਤਰ ਨੂੰ ਦ੍ਰਿੜ ਕਰਦਿਆਂ ਹੋਇਆਂ ਲੋਕ ਅਤੇ ਪਰਲੋਕ ਦਾ ਜੋ ਖੇਡ ਹੈ ਉਹ ਦੱਸਿਆ ਹੈ ਕਿ ਕਿਵੇਂ ਅਸੀਂ ਲੋਕ ਦੇ ਵਿੱਚ ਆਕਾਰਾਂ ਤੋਂ ਰਹਿਤ ਹੋ ਕੇ ਲੋਕ ਤੋਂ ਰਹਿਤ ਕਿਵੇਂ ਹੋਣਾ ਹੈ ਕਿਉਂਕਿ ਮਾਲਕ ਸਾਡੇ ਸਾਰਿਆਂ ਤੋਂ ਬਹੁਤ ਹੀ ਜ਼ਿਆਦਾ ਲਾਗੇ ਆ ਬਹੁਤ ਹੀ ਜ਼ਿਆਦਾ ਨੇੜੇ ਆ ਸੋ ਅਸੀਂ ਮਾਲਕ ਦਾ ਇਹ ਭੇਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਤੋਂ ਪੁੱਛ ਕੇ ਲੈਣਾ ਹੈ ਸੋ ਗੁਰਮੁਖ ਪਿਆਰਿਓ ਇਹ ਬਹੁਤ ਹੀ ਮਾਲਕ ਦੀ ਕਿਰਪਾ ਹੈ ਆਪਣੇ ਸਾਰਿਆਂ ਤੇ ਮਾਲਕ ਅੱਗੇ ਤੋਂ ਵੀ ਸਾਡੇ ਤੇ ਕਿਰਪਾ ਕਰਨ ਤਾਂ ਜੋ ਸਾਨੂੰ ਉਹ ਅਕਥ ਦਾ ਗਿਆਨ ਦੇਣ ਦੇ ਨਾਲ ਨਾਲ ਸਾਨੂੰ ਸੋਝੀ ਦੇਣ ਤਾਂ ਜੋ ਅਸੀਂ ਇਸ ਗਿਆਨ ਨੂੰ ਕਮਾਉਣ ਦੇ ਨਾਮ ਨੂੰ ਕਮਾਉਣ ਦੇ ਯੋਗ ਹੋ ਜਾਈਏ ਸੋ ਗੁਰਮੁਖ ਪਿਆਰਿਓ ਆਪ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਹਮੇਸ਼ਾ ਹੀ ਬੜੇ ਉਤਸ਼ਾਹ ਦੇ ਨਾਲ ਜੁੜ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਰਹਿਮਤ ਦਾ ਆਨੰਦ ਮਾਣਦੇ ਹੋ ਗੁਰਮੁਖਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਰਾਹੀਂ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ
ਇਕੱਥ ਦਾ ਗਿਆਨ, ਜੋ ਧੁਰ ਦਾ ਗਮ ਦਾ ਗਿਆਨ ਅਕਾਲ ਪੁਰਖ ਵਾਹਿਗੁਰੂ ਜੀ ਸ਼ਲੋਕ ਦੀ ਭਾਸ਼ਾ ਦੇ ਵਿੱਚ ਦੇ ਰਹੇ ਨੇ। ਮਾਲਕ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦਾ ਕੋਟਨ ਕੋਟ ਵਾਰ ਧੰਨਵਾਦ ਹੈ, ਜੋ ਮਾਲਕ ਆਪਣੇ ਤੇ ਕਿਰਪਾ ਕਰਕੇ ਆਪਾਂ ਨੂੰ ਸਾਰਿਆਂ ਨੂੰ ਹੀ ਅਕਾਲ ਪੁਰਖ ਵਾਹਿਗੁਰੂ ਜੀ ਆਪਣੀ ਸ਼ਰਨ ਦੇ ਵਿੱਚ ਸਾਨੂੰ ਥਾਂ ਦੇ ਰਹੇ ਨੇ। ਸੋ ਗੁਰਮੁਖ ਪਿਆਰਿਓ, ਆਪ ਜੀ ਦੇ ਚਰਨਾਂ 'ਚ ਦੂਸਰੀ ਬੇਨਤੀ ਹੈ ਕਿ ਬਾਰ-ਬਾਰ ਜਿਵੇਂ ਇਹ ਪ੍ਰੋਗਰਾਮ YouTube ਅਤੇ ਫੇਸਬੁੱਕ ਤੇ ਵੀ ਚੱਲ ਰਿਹਾ ਹੈ, ਸੋ ਗੁਰਮੁਖ ਪਿਆਰਿਓ ਅਸੀਂ ਇਸ ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਫੋਰਵਰਡ ਕਰਨਾ ਹੈ ਲਿੰਕ ਨੂੰ, ਜੋ ਲਿੰਕ ਆਪ ਜੀ ਦੇ ਪਾਸ ਪਹੁੰਚ ਹੀ ਚੁੱਕਾ ਹੈ। ਸੋ ਇਸ ਤਰੀਕੇ ਦੇ ਨਾਲ ਅਸੀਂ ਸਾਰਿਆਂ ਦੀ ਹੀ ਹੈਲਪ ਕਰਦੇ ਹੋਏ ਸਾਰਿਆਂ ਨੂੰ ਹੀ ਇਹ ਭੇਦ ਜੋ ਹੈ ਇਹਦਾ ਲਾਹਾ ਲੈਣ ਦੇ ਲਈ ਅਸੀਂ ਸਾਰਿਆਂ ਦੀ ਹੀ ਇੱਕ ਦੂਸਰੇ ਦੇ ਨਾਲ ਮਿਲ ਜੁਲ ਕੇ ਬਾਂਹ ਫੜਨੀ ਹੈ, ਤਾਂ ਜੋ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਸਾਰਿਆਂ ਤੇ ਕਿਰਪਾ ਕਰਨ। ਸੋ ਇੰਨੀਆਂ ਕੁ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ। ਬੇਨਤੀਆਂ ਕਰਦਿਆਂ ਸਾਡੇ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ, ਆਪ ਸੰਗਤ ਬਖਸ਼ਣ ਜੋ ਗੁਰੂ ਬਖਸ਼ ਲੈਣਾ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।